ਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕਉ। ਤੂੰ ਠਾਕੁਰ ਊਚ ਭਗਵਾਨਾ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕਉ। ਤੂੰ ਠਾਕੁਰ ਊਚ ਭਗਵਾਨਾ, ਮੈਂ ਹਰ ਹਰ ਨਾਮ ਧਰ ਸੋਈ। ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ। ਮੈਂ ਤੁਝ ਬਿਨ ਅਵਰ ਨਾ ਕੋਈ। ਰਹਾਉ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ। ਮੈਂ ਤੁਧ ਆਗੈ ਅਰਦਾਸ। ਮੈਂ ਹੋਰ ਥਾਉ ਨਾਹੀ ਜਿਸ ਪੈ ਕਰਉ ਬੇਨੰਤੀ। ਮੇਰਾ ਦੁਖ ਸੁਖ ਤੁਝ ਹੀ ਪਾਸ। ਵਿੱਚੇ ਧਰਤੀ ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਤਰੀਜੈ। ਬੱਕਰੀ ਸਿੰਘ ਇਕ ਤੈ ਥਾਏ ਰਾਖੇ। ਮਨ ਹਰ ਜਪ ਭ੍ਰਮ ਭਉ ਦੂਰ ਕੀਜੈ। ਹਰ ਕੀ ਵਡਿਆਈ ਦੇਖੋ ਸੰਤੋ। ਹਰ ਨਿਮਾਣਿਆ ਮਾਨ ਦਿਵਾਏ। ਜਿਉ ਧਰਤੀ ਚਰਨ ਤਲੇ ਤੇ ਊਪਰ ਆਵੈ। ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਹਰ ਕੀ ਵਡਿਆਈ ਦੇਖੋ ਸੰਤੋ। ਹਰ ਨਿਮਾਣਿਆ ਮਾਨ ਦਿਵਾਏ। ਜਿਉ ਧਰਤੀ ਚਰਨ ਤਲੇ ਤੇ ਊਪਰ ਆਵੈ। ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਦ ਵਿੱਚ, ਗੁਰੂ ਪਿਆਰ ਸ਼ਰਧਾ ਸਤਿਕਾਰ ਵਿੱਚ ਨਿਤਾ ਪ੍ਰਤੀ ਦੀ ਤਰ੍ਹਾਂ ਹਾਜ਼ਰੀਆਂ ਭਾਰੈ ਸਮੂਹ ਹਾਜ਼ਰੀਨ। ਆਪ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਤਰੁੱਟ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮਿਹਰ ਹੋਈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਸਾਂ ਪਾਤਸ਼ਾਹੀਆਂ ਦੀ ਜੋਤ, ਤਿਨਾਂ ਦੀ ਬਖਸ਼ਿਸ਼ ਨਾਲ ਸੰਗਤ ਕਰਨ ਦੀਆਂ ਇਸ ਭਾਗ ਘੜੀਆਂ ਨਸੀਬ ਹੋਈਆਂ। ਔਰ ਉਸ ਪਾਵਨ ਪਵਿੱਤਰ ਅਸਥਾਨ 'ਤੇ, ਜਿਸ ਅਸਥਾਨ ਨੂੰ ਅਸੀਂ ਨਿਤਾ ਪ੍ਰਤੀ ਪੜ੍ਹਦੇ ਹਾਂ, ਡਿਠੈ ਸਭੇ ਥਾਮ ਨਹੀਂ ਤੁਧ ਜਿਹਾ। ਐਸਾ ਸੰਸਾਰ ਦੇ ਅੰਦਰ ਕੋਈ ਹੋਰ ਥਾਂ ਨਹੀਂ। ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ
ਜਿਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸਨ ਦਾ ਅੰਮ੍ਰਿਤ ਵੇਲੇ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਇਲਾਹੀ ਬਾਣੀ ਦੀ ਸ੍ਰੀ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਆਪ ਜੀਆਂ ਨੇ। ਭਾਵੇਂ ਤੁਸਾਂ ਨੇ ਗੁਰੂ ਕੀ ਗੋਦ ਵਿੱਚ ਬੈਠ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ, ਤੇ ਭਾਵੇਂ ਕਿਸੇ ਨੇ ਆਪਣੇ ਘਰਾਂ ਵਿੱਚ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਇਹ ਗੁਰਬਾਣੀ ਨੂੰ ਆਪਣੇ ਕੰਨਾਂ ਨਾਲ ਸਰਵਣ ਕਰਨ ਦਾ ਇਹ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਸ਼ ਕੀਤਾ ਹੈ। ਸੰਗਤ ਜੀ, ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਗੁਰੂ ਕਿਰਪਾ ਕਰੇ ਤੇ ਇਹ ਘੜੀਆਂ ਨਸੀਬ ਹੁੰਦੀਆਂ ਹਨ। ਔਰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਸ਼ਾਂ ਪਾਤਸ਼ਾਹੀਆਂ ਦੀ ਜੋਤ ਨੇ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਅੰਮ੍ਰਿਤ ਵੇਲੇ ਜੋ ਅੰਮ੍ਰਿਤ ਬਚਨ ਬਖਸ਼ਿਸ਼ ਕੀਤਾ, ਉਪਦੇਸ਼ ਬਖਸ਼ਿਸ਼ ਕੀਤਾ, ਉਸ ਉਪਦੇਸ਼ ਨੂੰ ਆਪ ਜੀਆਂ ਨੇ ਭਾਈ ਸਾਹਿਬ ਪਾਸੋਂ ਸਰਵਣ ਕਰਨ ਦਾ ਭਾਈ ਬਲਜੀਤ ਸਿੰਘ ਜੀ ਨੇ ਪਿਆਰ ਨਾਲ ਸਰਵਣ ਕਰਵਾਇਆ ਹੈ। ਇਹ ਅੰਮ੍ਰਿਤ ਬਚਨ ਸਤਿਗੁਰੂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਬਾਰਕ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ 735 ਅੰਕ ਦੇ ਉੱਤੇ ਸੁਭਾਈਮਾਨ ਹੈ। ਔਰ ਸਤਿਗੁਰੂ ਜੀ ਨੇ ਇਸ ਅੰਮ੍ਰਿਤ ਬਚਨ ਦੇ ਅੰਦਰ ਜੋ ਉਹ ਅਕਾਲ ਪੁਰਖ ਵਾਹਿਗੁਰੂ ਕਰਤਾ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਜਿਹੜਾ ਬੇਅੰਤ ਗੁਣਾਂ ਦਾ ਅਨੰਤ ਗੁਣਾਂ ਦਾ ਖਜ਼ਾਨਾ ਹੈ, ਸਾਰੀ ਸ਼ਕਤੀ ਜਿਸ ਦੀ ਵਰਤ ਰਹੀ ਹੈ, ਜਿਸ ਦੇ ਹੁਕਮ ਵਿੱਚ ਦਿਨ ਤੇ ਰਾਤ ਹੈ, ਜਿਸ ਦੇ ਹੁਕਮ ਵਿੱਚ ਸੂਰਜ ਤੇ ਚੰਦਰਮਾ ਹਨ, ਜਿਸ ਦੇ ਹੁਕਮ ਵਿੱਚ ਹਵਾ ਤੇ ਪਾਣੀ ਹੈ, ਜਿਸ ਦੇ ਹੁਕਮ ਵਿੱਚ ਪਸ਼ੂ ਤੇ ਪੰਛੀ ਹਨ, ਜਿਸ ਦੇ ਹੁਕਮ ਵਿੱਚ ਸਮੁੱਚੀ ਬਨਸਪਤੀ ਹੈ, ਜੀਵ ਜੰਤੂ ਹਨ। ਕਿਉਂਕਿ ਇਸ ਧਰਤੀ ਦੇ ਉੱਤੇ ਮਨੁੱਖ ਦੀ ਪਾਇਆ ਤੇ ਬਹੁਤ ਥੋੜੀ, ਕੁਛ ਵੀ ਨਹੀਂ ਹੈ। ਸਭ ਕੁਝ ਕਰਨਹਾਰ ਅਕਾਲ ਪੁਰਖ ਵਾਹਿਗੁਰੂ ਹੈ। ਸਤਿਗੁਰੂ ਜੀ ਨੇ ਇਸ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਸ ਕਰਤੇ ਦੀ ਵਡਿਆਈ ਕਰਦਿਆਂ, ਮਹਿਮਾ ਕਰਦਿਆਂ ਉਹਦੇ ਗੁਣਾਂ ਦੇ ਖਜ਼ਾਨੇ ਦੀ ਜ਼ਿਕਰ ਕੀਤਾ ਹੈ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਣ ਇੰਨੇ ਹਨ ਕਿ ਅਸੀਂ ਗੁਣ ਬਿਆਨ ਕਰਦਿਆਂ ਥੱਕ ਸਕਦੇ ਹਾਂ, ਲੇਕਿਨ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਬਚਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਗਤ ਜਲੰਦੇ ਦੇ ਤਾਰਨਹਾਰ ਨੇ ਪਾਵਨ ਪਵਿੱਤਰ ਬਾਣੀ ਵਿੱਚ ਆਪ ਜੀ ਨਿਤਾ ਪ੍ਰਤੀ ਪੜ੍ਹਦੇ ਹੋ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ। ਉਹਦਾ ਨਾ ਵੇਖਣ ਦਾ ਉਹਦੇ ਕਿੰਨੇ ਗੁਣ ਨੇ, ਉਹਦੀ ਆਸ਼ਚਰਜਤਾ ਦਾ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ, ਕੋਈ ਬਿਆਨ ਨਹੀਂ ਕਰ ਸਕਦਾ। ਤੇ ਜੇ ਕੋਈ ਕਵੇ ਤੇ ਫਿਰ ਉਹਨੂੰ ਬਾਅਦ 'ਚੋਂ ਪਛਤਾਉਣਾ ਹੀ ਪੈਂਦਾ ਹੈ ਕਿ ਜੋ ਮੈਂ ਕੁਛ ਕਿਹਾ ਉਹ ਬਹੁਤ ਥੋੜ੍ਹਾ ਕਿਹਾ ਹੈ। ਜੇ ਕਹਿਣ ਦਾ ਯਤਨ ਵੀ ਕਰੇ ਤੇ ਬਾਅਦ 'ਚੋਂ ਉਹਨੂੰ ਪਛਤਾਉਣਾ ਪੈਂਦਾ ਹੈ। ਕਿਉਂਕਿ ਉਹਦੇ ਹੱਥ ਵਿੱਚ ਨਮੋਸ਼ੀ ਲੱਗਦੀ, ਜਦੋਂ ਪਤਾ ਲੱਗਦਾ ਕਿ ਉਹ ਬੇਅੰਤ ਗੁਣਾਂ ਦਾ ਖਜ਼ਾਨਾ ਹੈ। ਉਹਦੇ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ, ਉਹਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸਤਿਗੁਰੂ ਜੀ ਨੇ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਦੇ ਅੰਦਰ ਸਾਨੂੰ ਦੱਸਣਾ ਕੀਤਾ ਕਿ ਜਿਹੜਾ ਜੀਵ ਹੈ ਨਾ, ਅਸਲ ਵਿੱਚ ਅਸੀਂ ਜਿਹੜੇ ਮਨੁੱਖ ਹਾਂ, ਸਾਡਾ ਆਸਰਾ ਪ੍ਰਮਾਤਮਾ ਦਾ ਨਾਮ ਹੈ। ਆਪਾਂ ਉਹ ਵੀ ਨਿਤਾ ਪ੍ਰਤੀ ਪੜ੍ਹਦੇ ਹਾਂ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਮਨੁੱਖ ਦੇ ਅੰਦਰ ਭੁੱਖ ਲੱਗੀ ਹੋਈ ਹੈ, ਤ੍ਰਿਸ਼ਨਾ ਦੀ, ਲੋਭ ਲਾਲਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਭੁੱਖ ਲੱਗੀ ਹੋਈ ਹੈ। ਇਹ ਅੰਦਰ ਅੱਗ ਬਲ ਰਹੀ ਹੈ, ਲਾਟਾਂ ਬਲ ਰਹੀਆਂ ਨੇ।
ਇਸ ਅੱਗ ਨੂੰ ਬੁਝਾਉਣ ਵਾਲਾ, ਇਸ ਅੱਗ ਨੂੰ ਖਤਮ ਕਰਨ ਵਾਲਾ ਤੇ ਉਹ ਪ੍ਰਮਾਤਮਾ ਆਪ ਹੈ। ਉਹਦਾ ਨਾਮ ਦਾ ਆਸਰਾ ਜੀਵ ਨੂੰ ਜਦੋਂ ਮਿਲ ਜਾਂਦਾ ਹੈ ਤੇ ਉਹਦੇ ਨਾਲ ਹੀ, ਕਿਉਂਕਿ ਉਹਦੇ ਗੁਣਾਂ ਨੂੰ ਗਾ ਗਾ ਕੇ ਜਦੋਂ ਅਸੀਂ ਉਹਦੇ ਗੁਣ ਬਾਰ-ਬਾਰ ਗਾਉਂਦੇ, ਅੱਜ ਦੀ ਤਾਰੀਖ ਵਿੱਚ ਕੁਝ ਸਾਡੇ ਵੀਰ ਐਸੇ ਵੀ ਕਹਿੰਦੇ ਹੈ ਕਿ ਰੋਜ਼ ਉਹੀ ਉਹਦੇ ਗੁਣਾਂ ਨੂੰ ਗਾਈ ਜਾਣਾ, ਕੀਰਤਨ ਕਰੀ ਜਾਣਾ, ਉਹੀ ਸ਼ਬਦ ਬਾਰ-ਬਾਰ ਗਾਈ ਜਾਣੇ। ਇਹਦਾ ਕੀ ਲਾਭ ਭਾਈ ਇਸੇ ਤਰ੍ਹਾਂ ਹੈ ਕਿ ਜਿਵੇਂ ਅਸੀਂ ਕਹਿੰਦੇ ਹਾਂ ਕਿ ਬੱਚੇ ਨੂੰ ਉਹੀ ਪਹਾੜਾ ਰੋਜ਼ ਪੜ੍ਹਾਈ ਜਾਂਦੇ ਆ, ਬਾਰ-ਬਾਰ ਕਹਿੰਦੇ 20-25 ਵਾਰ ਪੜ੍ਹੋ ਤਾਂ ਕਿ ਉਹ ਤੁਹਾਨੂੰ ਪੱਕ ਜਾਵੇ। ਇਸੇ ਤਰ੍ਹਾਂ ਗੁਰੂ ਦੇ ਸ਼ਬਦ ਗਾ ਕੇ, ਜਪ ਕੇ ਅਸੀਂ ਆਪਣੇ ਅੰਦਰ ਗੁਰੂ ਦੇ ਗੁਣਾਂ ਨੂੰ ਜਪ ਕੇ ਸਾਡੇ ਅੰਦਰ ਗੁਰੂ ਦੇ ਗੁਣ ਵਸ ਜਾਣ ਤੇ ਸਾਡੀ ਸਾਂਝ ਉਸ ਕਰਤੇ ਨਾ ਬਣ ਜਾਵੇ। ਕਿਉਂਕਿ ਸਾਡੀ ਜਿਹੜੀ ਆਤਮਾ ਹੈ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਤੋਂ ਵਿਛੜੀ ਹੋਈ ਹੈ ਤੇ ਇਹਦਾ ਸਫ਼ਰ ਵੀ ਪਰਮਾਤਮਾ ਵਿੱਚ ਲੀਨਤਾ ਹੀ ਹੈ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੀ ਕੀਰਤਨ ਦੀ ਆਰੰਭਤਾ ਹੁੰਦੀ ਸੰਗਤ ਜੀ, ਇਹ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਹੁੰਦੀ। ਸਭ ਤੋਂ ਪਹਿਲੇ ਦਿਨ ਜਿਹੜੀ ਰਬਾਬ ਵੱਜਦੀ ਹੈ, ਕੀਰਤਨ ਹੁੰਦਾ ਹੈ, ਉਹ ਸੁਲਤਾਨਪੁਰ ਲੋਧੀ ਦੀ ਪਾਵਨ ਪਵਿੱਤਰ ਧਰਤੀ ਤੇ ਜਦੋਂ ਭਾਈ ਫਰੰਦਾ ਜੀ ਲਿਆ ਕਰਕੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਰਬਾਬ ਭੇਟ ਕਰਦੇ ਆ ਨਾ, ਤੇ ਉਸ ਵਕਤ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਹਿਲੇ ਦਿਨ ਕੀਰਤਨ ਦੀ ਆਰੰਭਤਾ ਸੁਲਤਾਨਪੁਰ ਦੀ ਧਰਤੀ ਤੋਂ ਹੁੰਦੀ। ਰਬਾਬ ਦੇ ਨਾਲ ਉਸ ਦੀ ਕੀਰਤੀ ਦੀ ਆਰੰਭਤਾ ਕੀਤੀ ਜਾਂਦੀ ਹੈ। ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਨ ਦਾ ਜਿਹੜਾ ਹੈ ਉਹ ਆਰੰਭਤਾ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਹੁੰਦੀ ਹੈ। ਤੇ ਸੰਗਤ ਜੀ ਇੱਕ ਗੱਲ ਹੋਰ, ਜਦੋਂ ਅਸੀਂ ਕਿਸੇ ਪ੍ਰੋਫੈਸਰ ਕੋਲ, ਕਿਸੇ ਅਧਿਆਪਕ ਕੋਲ ਬੱਚੇ ਨੂੰ ਟਿਊਸ਼ਨ ਪੜ੍ਹਨ ਵਾਸਤੇ ਭੇਜਦੇ ਹਾਂ, 5000 ਰੁਪਇਆ ਫੀਸ ਦੇ ਕੇ, ਤੇ ਉਹ ਕਹਿੰਦਾ ਕਿ ਭਾਈ ਧਿਆਨ ਦੇ ਨਾਲ ਫੋਕਸ ਕਰਕੇ ਰੱਖ। ਜਦੋਂ ਉਹ ਫੋਕਸ ਕਰਨ ਦੀ ਗੱਲ ਸਮਝਾਉਂਦਾ ਹੈ 5000 ਦੇ ਕੇ, ਬੜੀ ਛੇਤੀ ਸਮਝ ਲੱਗਦੀ ਹੈ ਕਿ ਤੇਰੀ ਇਕਾਗਰਤਾ ਨਹੀਂ ਬਣੀ, ਇਕਾਗਰਤਾ ਟਿਕਾ। ਲੇਕਿਨ ਇਹ ਜਿਹੜੀ ਗੱਲ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਵੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਸਿਖਾ ਦਿੱਤੀ। ਕਦੋਂ? ਜਦੋਂ ਵੇਈ ਨਦੀ ਚੋਂ ਬਾਹਰ ਆਏ ਨਾ, ਤੇ ਕੀ ਹੋਇਆ? ਕਹਿਣ ਲੱਗੇ ਕਿ ਜੇ ਤੁਸੀਂ ਕਹਿੰਦੇ ਹੋ ਕਿ ਪਰਮਾਤਮਾ ਇੱਕ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿ ਲਗੇ ਸਾਡੇ ਨਾਲ ਚਲੋ ਤੇ ਫਿਰ ਤੁਸੀਂ ਮਸਜਿਦ ਵਿੱਚ ਨਮਾਜ਼ ਅਦਾ ਕਰੋ। ਨਮਾਜ਼ ਅਦਾ ਕਰਨ ਗਏ, ਕਿਉਂਕਿ ਖੁਦਾ ਦਾ ਨਾਂ ਲਓ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਖੁਦਾ ਦਾ ਨਾਂ ਲੈਣਾ ਗੱਲ ਥੋੜ੍ਹੀ, ਪਰਮਾਤਮਾ ਦੀ ਯਾਦ ਵਿੱਚ ਜੁੜਨਾ ਗੱਲ ਥੋੜ੍ਹੀ ਹੈ। ਜਦੋਂ ਗਏ ਤੇ ਫਿਰ ਉੱਥੇ ਕਾਜੀ ਨੇ ਵੀ ਨਮਾਜ਼ ਅਦਾ ਕੀਤੀ ਔਰ ਰਾਜੇ ਨੇ ਵੀ ਨਮਾਜ਼ ਅਦਾ ਕੀਤੀ, ਨਵਾਬ ਦੌਲਤ ਖਾਨ ਨੇ ਵੀ ਨਮਾਜ਼ ਅਦਾ ਕੀਤੀ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਖੜੇ ਰਹੇ ਤੇ ਕਹਿੰਦੇ ਤੁਸੀਂ ਤੇ ਨਮਾਜ਼ ਅਦਾ ਨਹੀਂ ਕੀਤੀ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਤੁਸੀਂ ਵੀ ਨਹੀਂ ਅਦਾ ਕੀਤੀ, ਕਿਉਂਕਿ ਪ੍ਰੈਕਟੀਕਲੀ ਵੀ ਜ਼ਰੂਰੀ ਹੈ। ਜਿੱਥੇ ਥਿਊਰੀ ਜ਼ਰੂਰੀ ਹੈ ਨਾ, ਥਿਊਰੀ ਦੇ ਨਾਲ ਫਿਰ ਪ੍ਰੈਕਟੀਕਲੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਿਖਾਇਆ। ਕਹਿਣ ਲੱਗੇ ਤੁਸੀਂ ਵੀ ਨਹੀਂ ਅਦਾ ਕੀਤੀ। ਕਹਿੰਦੇ ਕਿਉਂ? ਕਾਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਦੋਂ ਨਮਾਜ਼ ਅਦਾ ਕਰਦੇ ਸੀ, ਇਹ ਦੱਸੋ ਤੁਹਾਡਾ ਧਿਆਨ ਕਿੱਥੇ ਸੀ, ਤੁਹਾਡੀ ਸੁਰਤ ਕਿੱਥੇ ਸੀ? ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਹੱਥ ਜੋੜ ਕੇ ਕਹਿਣ ਲੱਗੇ ਘਰ ਵਿੱਚ ਘੋੜੀ ਸੂਈ, ਉਹਨੇ ਬੱਚਾ ਦਿੱਤਾ ਸੀਗਾ, ਖੂਹ ਵਿੱਚ ਨਾ ਡਿੱਗ ਜਾਵੇ, ਮੇਰੀ ਸੁਰਤ ਉਧਰ ਚਲੀ ਗਈ ਸੀ, ਸਰੀਰ ਕਰਕੇ ਭਾਵੇਂ ਮੈਂ ਨਮਾਜ਼ ਅਦਾ ਕਰ ਰਿਹਾ ਸੀ। ਪਿਆਰਿਓ, ਅਸੀਂ ਕਈ ਵਾਰਾਂ ਜਪਜੀ ਨੂੰ ਪੜ੍ਹ ਰਹੇ ਹੁੰਦੇ ਹਾਂ, ਬਾਣੀ ਨੂੰ ਪੜ੍ਹ ਰਹੇ ਹੁੰਦੇ ਹਾਂ, ਪਰ ਸੁਰਤ ਸਾਡੀ ਕਿਤੇ ਹੋਰ ਤੁਰੀ ਫਿਰਦੀ ਹੁੰਦੀ ਹੈ। ਧਿਆਨ ਨੂੰ ਟਿਕਾਉਣਾ, ਜਦ ਤੱਕ ਸਾਡਾ ਧਿਆਨ ਨਹੀਂ ਟਿਕੇਗਾ, ਕੇਂਦਰਿਤ ਨਹੀਂ ਹੋਏਗਾ, ਨਾ ਤੇ ਦੁਨੀਆ ਦੀ ਪੜ੍ਹਾਈ ਪੱਲੇ ਪੈਣੀ ਹੈ, ਤੇ ਜਿਹੜੀ ਅਧਿਆਤਮਕ ਦੀ ਪੜ੍ਹਾਈ ਹੈ, ਰੱਬ ਦੀ ਖੁਦਾ ਦੀ ਬੰਦਗੀ ਹੈ, ਉਹ ਕਿਵੇਂ ਪੈ ਜਾਏਗੀ? ਖੁਦਾ ਦੇ ਨਾਲ ਅਭੇਦਤਾ ਕਿਵੇਂ ਹੋ ਜਾਏਗੀ? ਖੁਦਾ ਦੇ ਨਾਲ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਕਿਵੇਂ ਹੋਏਗਾ? ਸੋ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਾਜੀ ਕਹਿਣ ਲੱਗਾ ਚਲੋ ਮੈਂ ਤਾਂ ਇੱਥੇ ਹਾਜ਼ਰ ਨਹੀਂ ਸੀ, ਤੁਸੀਂ ਨਵਾਬ ਸਾਹਿਬ ਦੇ ਨਾਲ ਹੀ ਨਮਾਜ਼ ਅਦਾ ਕਰ ਲੈਂਦੇ। ਕਹਿੰਦੇ ਫਿਰ ਉਸ ਨੂੰ ਵੀ ਪੁੱਛ ਲਓ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਇਹ ਬਚਨ ਕਿਹਾ ਤੇ ਨਵਾਬ ਦੌਲਤ ਖਾਂ ਕਹਿੰਦਾ ਮੇਰਾ ਧਿਆਨ ਵੀ ਕਾਬਲ ਵਿੱਚ ਘੋੜੇ ਖਰੀਦਣ ਚਲਿਆ ਗਿਆ, ਭਾਵੇਂ ਸਰੀਰਕ ਤੌਰ ਤੇ ਮੈਂ ਹਾਜ਼ਰ ਸੀ ਪਰ ਸੁਰਤ ਕਰਕੇ ਗੈਰ ਹਾਜ਼ਰ ਸੀ। ਇਸੇ ਤਰ੍ਹਾਂ ਕਈ ਵਾਰ ਅਸੀਂ ਗੁਰੂ ਕੀ ਗੋਦ ਵਿੱਚ ਗੁਰੂ ਕੀ ਬਾਣੀ ਪੜ੍ਹਦੇ ਹੋਇਆਂ, ਕੀਰਤਨ ਸੁਣਦੇ ਹੋਇਆਂ, ਹੋਰ ਤਾਂ ਹੋਰ ਮੈਂ ਕਈ ਵਾਰ ਦੇਖਦਾ ਹੈ 3-4 ਮਿੰਟ ਦੀ ਅਰਦਾਸ ਵਿੱਚ ਵੀ ਅਸੀਂ ਗੈਰ ਹਾਜ਼ਰ ਹੋ ਜਾਂਦੇ ਜੇ। ਸਾਡੀ ਜਿਹੜੀ 3 ਮਿੰਟ ਦੀ ਅਰਦਾਸ ਹੈ, 3-4 ਮਿੰਟ ਦੀ, ਉਸ ਅਰਦਾਸ ਦੇ ਵਿੱਚ ਪਹਿਲੇ ਬੰਦ ਵਿੱਚ ਗੁਰ ਇਤਿਹਾਸ ਹੈ, ਦੂਜੇ ਬੰਦ ਵਿੱਚ ਤੇ ਤੀਜੇ ਬੰਦ ਵਿੱਚ ਸਿੱਖ ਇਤਿਹਾਸ ਹੈ, ਚੌਥੇ ਬੰਦ ਵਿੱਚ ਤਖਤ ਸਾਹਿਬਾਨ
ਤੇ ਗੁਰਦੁਆਰਾ ਸਾਹਿਬਾਨ ਦਾ ਜ਼ਿਕਰ ਹੈ। ਇੱਥੋਂ ਤੱਕ ਸਾਡਾ ਇਤਿਹਾਸ ਮੁਕੰਮਲ ਹੋ ਜਾਂਦਾ ਹੈ ਤੇ ਇਸ ਤੋਂ 5ਵਾਂ ਬੰਦ ਤੇ 6ਵਾਂ ਬੰਦ ਸਾਡੀਆਂ ਮੰਗਾਂ ਦਾ ਹੈ। ਪਰ ਸਾਨੂੰ ਕੁਛ ਵੀ ਨਹੀਂ, ਸਾਰਾ ਕੁਛ ਅਰਦਾਸ ਵਿੱਚ ਭਾਈ ਜੀ ਕੀ ਕਹਿ ਗਏ ਉਹਦੇ ਬਾਰੇ ਸੁਰਤ ਵਿੱਚ ਨਹੀਂ ਪੈਂਦਾ। ਸਾਨੂੰ ਇਹ ਧਿਆਨ ਹੁੰਦਾ ਕਿ ਭਾਈ ਜੀ ਨੇ ਸਾਡਾ ਨਾਂ ਅਰਦਾਸ ਵਿੱਚ ਲਿਆ ਕਿ ਨਹੀਂ ਲਿਆ। ਸਾਡਾ ਸੁਰਤ ਉੱਥੇ ਟਿਕੀ ਹੁੰਦੀ ਹੈ ਜਦੋਂ ਕਿ ਜਿਨ੍ਹਾਂ ਨੇ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤਿਚੜੇ, ਉਹਨਾਂ ਸਾਰਿਆਂ ਦਾ ਜ਼ਿਕਰ ਅਰਦਾਸ ਵਿੱਚ ਆਉਂਦਾ ਹੈ, ਪਰ ਸਾਨੂੰ ਉਹ ਕੋਈ ਚੇਤੇ ਨਹੀਂ ਹੁੰਦਾ। ਜੇ ਕੋਈ ਪੁੱਛ ਵੀ ਲਵੇ ਤੇ ਸਾਨੂੰ ਕਈ ਵਾਰ ਭੁਲੇਖਾ ਲੱਗ ਜਾਂਦਾ ਹੈ। ਇਸ ਕਰਕੇ ਧਿਆਨ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਸਿਖਾਈ। ਸੰਗਤ ਜੀ ਇੱਥੇ ਹੀ ਬਸ ਨਹੀਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅੱਜ ਦੇ ਦਿਨ ਜਦੋਂ 1487 ਦੇ ਵਿੱਚ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ 18 ਸਾਲ ਦੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਦੋਂ ਉਮਰ ਹੋਈ ਨਾ, ਉਸ ਵਕਤ ਵਿਆਹੁਣ ਵਾਸਤੇ ਬਰਾਤ ਲੈ ਕੇ, ਜਿਸ ਦੇ ਵਿੱਚ ਨਵਾਬ ਦੌਲਤ ਖਾਂ ਵਰਗੇ, ਭਾਈ ਮਰਦਾਨਾ ਜੀ ਵਰਗੇ ਹੋਰ ਬੇਅੰਤ ਗੁਰੂ ਕੇ ਸਿੱਖ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੇ ਸਿੱਖ ਤੇ ਹੋਰ ਸਿੱਖ ਸੰਗਤਾਂ ਨਾਲ ਆਰੰਭ ਹੁੰਦੀ ਹੈ ਬਰਾਤ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ, ਜਿੱਥੇ ਬੇਬੇ ਨਾਨਕੀ ਜੀ ਦਾ ਭਾਈਆ ਜੈ ਰਾਮ ਜੀ ਦਾ ਘਰ ਸੀਗਾ। ਉਸੇ ਘਰ ਵਿੱਚ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਰਾਤ ਆਰੰਭ ਹੁੰਦੀ ਤੇ ਉਸੇ ਘਰ ਵਿੱਚ ਹੀ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦਾ ਜਨਮ ਹੁੰਦਾ ਹੈ। ਯਾਦ ਰੱਖੋ, ਇਤਿਹਾਸ ਵਿੱਚ 22 ਸਾਹਿਬਜ਼ਾਦੇ ਨੇ। ਅਸੀਂ 4 ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ, ਲੇਕਿਨ ਸਾਹਿਬਜ਼ਾਦਾ ਦਾ ਅਰਥ ਮੈਂ ਇੱਥੇ ਅੱਗੇ ਵੀ ਕਈ ਵਾਰ ਇਹ ਗੱਲ ਕਹੀ ਹੈ ਕਿ ਸਾਹਿਬਜ਼ਾਦਾ ਅਸੀਂ ਕਹਿ ਦਿੰਦੇ ਜੀ ਇਹ ਆਪ ਜੀ ਦਾ ਸਾਹਿਬਜ਼ਾਦਾ। ਇਹ ਸ਼ਬਦ ਨਾ ਵਰਤਿਆ ਕਰੋ ਸੰਗਤ ਜੀ। ਸਾਹਿਬਜ਼ਾਦਾ ਸ਼ਬਦ ਕੇਵਲ ਤੇ ਕੇਵਲ ਸਾਹਿਬ ਨੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਇਹ 10 ਗੁਰੂ ਸਾਹਿਬਾਨ ਹੀ ਸਾਹਿਬ ਨੇ ਤੇ ਇਹਨਾਂ ਦੇ ਜਾਏ ਹੀ ਸਾਹਿਬਜ਼ਾਦੇ ਨੇ। ਤੇ ਪਹਿਲਾ ਸਾਹਿਬਜ਼ਾਦਾ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ, ਤਿਨਾਂ ਦਾ ਵੀ ਜਨਮ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਹੁੰਦਾ ਹੈ। ਉੱਥੇ ਗੁਰਦੁਆਰਾ ਗੁਰੂ ਕਾ ਬਾਗ ਉਹਦਾ ਨਾਂ ਪਿਆ ਹੀ ਤਾਂ ਕਿ ਉੱਥੇ ਕੋਈ ਬਾਗ ਨਹੀਂ ਸੀ, ਗੁਰੂ ਦਾ ਬਾਗ ਪਰਿਵਾਰ ਵਧਿਆ ਤਾਂ ਉਸ ਦਾ ਨਾਂ ਗੁਰਦੁਆਰਾ ਗੁਰੂ ਕਾ ਬਾਗ ਪਿਆ ਹੈ। ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਿੱਥੇ ਤੁਸੀਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨ ਕਰਦੇ ਹੋ, ਉੱਥੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਗ੍ਰਸਤ ਜੀਵਨ ਵਿੱਚ ਰਹਿ ਕੇ ਵੀ ਪਰਮਾਤਮਾ ਦੀ ਪ੍ਰਾਪਤੀ ਦਾ ਮਾਰਗ ਸਾਨੂੰ ਦੱਸਿਆ, ਪਰਮਾਤਮਾ ਦੀ ਬੰਦਗੀ ਦਾ ਮਾਰਗ ਦੱਸਿਆ, ਉਹਦੇ ਗੁਣਾਂ ਨੂੰ ਗਾਉਣ ਦੀ ਗੱਲ ਕੀਤੀ। ਤੇ ਜਦੋਂ ਅਸੀਂ ਉਹਦੇ ਗੁਣ ਗਾ ਕੇ ਸਾਡੇ ਅੰਦਰ ਗੁਣ ਵਸ ਜਾਣ, ਬਾਰ-ਬਾਰ ਅਸੀਂ ਉਹਦਾ ਸਿਮਰਨ ਕਰਨਾ ਹੈ, ਬੰਦਗੀ ਕਰਨੀ ਹੈ, ਨਾਮ ਜਪਣਾ ਹੈ, ਵਾਹਿਗੁਰੂ 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 ਕਰਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀਆਂ ਸਾਰਿਆਂ ਦੀਆਂ ਝੋਲੀਆਂ ਭਰਨ। ਆਓ ਪਿਆਰ ਵਿੱਚ ਭਿੱਜ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅੱਜ ਉਸੇ ਤਰ੍ਹਾਂ ਹੀ ਇਹ ਪਰੰਪਰਾ ਚੱਲਦੀ ਆ ਰਹੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਸੰਗਤਾਂ ਜਿਹੜੀਆਂ ਨੇ ਇਹ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਹਰਜਸ ਕਰਦਿਆਂ ਹੋਇਆਂ, ਇਲਾਕਿਆਂ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦਿਆਂ ਹੋਇਆਂ, ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਵਡਿਆਈਆਂ ਕਰਦਿਆਂ ਹੋਇਆਂ, ਕਿਉਂਕਿ ਗ੍ਰਸਤੀ ਕਿਹੋ ਜਿਹਾ ਹੋਣਾ ਚਾਹੀਦਾ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਪਤਾ ਲੱਗ ਸਕਦਾ ਹੈ ਨਾ, ਜਿਨ੍ਹਾਂ ਨੇ ਆਪਣਾ ਗ੍ਰਸਤ ਜੀਵਨ ਵੀ ਜੀਆ ਔਰ ਆਪਣੇ ਪਰਿਵਾਰ ਦੀ ਵੀ ਸਾਂਭ ਸੰਭਾਲ ਕੀਤੀ ਤੇ ਆਪਣਾ ਪਰਮਾਤਮਾ ਦੀ ਇਬਾਦਤ ਵੀ ਕੀਤੀ ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਵੀ ਕੀਤਾ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਦਾਸੀਆਂ ਵੀ ਜਿਹੜੀਆਂ ਆਰੰਭ ਹੋਈਆਂ ਨਾ, ਉਹ ਵੀ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਆਰੰਭ ਹੋਈਆਂ ਸਨ, ਜਿੱਥੇ ਆਪਾਂ 550 ਸਾਲਾ ਮਨਾਇਆ ਹੈ। ਸੰਗਤ ਜੀ ਆਓ ਪਿਆਰ ਵਿੱਚ ਭਿੱਜ ਕੇ ਇਸ ਪਾਵਨ ਪਵਿੱਤਰ ਸ਼ਬਦ ਦੀਆਂ ਆਪਾਂ ਆਰੰਭਤਾ ਕਰੀਏ। ਸਾਰੀਆਂ ਸਿੱਖ ਸੰਗਤਾਂ ਪਿਆਰ ਵਿੱਚ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ, ਘਰ ਸਤਵਾਂ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਆਪ ਜੀਆਂ ਨੂੰ ਪਤਾ ਹੈ ਕਿ 31 ਰਾਗ ਹਨ। 31 ਰਾਗਾਂ ਦਾ ਸਭ ਤੋਂ ਪਹਿਲਾ ਤੇ ਸ਼੍ਰੋਮਣੀ ਰਾਗ ਹੈ ਸ਼੍ਰੀ ਰਾਗ, ਤੇ ਸਭ ਤੋਂ ਅਖੀਰਲਾ ਰਾਗ ਹੈ ਜੈਜੈਵੰਤੀ ਰਾਗ। ਇਹ ਸੂਹੀ ਰਾਗ ਜਿਹੜਾ ਹੈ ਇਹ 15ਵਾਂ ਰਾਗ ਹੈ ਤੇ ਇਸ ਨੂੰ ਰਾਗਣੀ ਵੀ ਕਿਹਾ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਧੰਨ ਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੂਹੀ ਰਾਗ ਦੇ ਅੰਦਰ ਇਹ ਅੰਮ੍ਰਿਤ ਬਚਨ ਬਖਸ਼ਿਸ਼ ਕਰਕੇ
ਸੱਤਵੇਂ ਘਰ ਵਿੱਚ ਇਹਨੂੰ ਗਾਉਣ ਦੀ ਹਦਾਇਤ ਕੀਤੀ ਹੈ। ਇਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਮਾਤਮਾ ਇੱਕ ਹੈ ਜਿਹੜਾ ਸਾਨੂੰ ਸਾਰਿਆਂ ਨੂੰ ਪੈਦਾ ਕਰਨ ਵਾਲਾ। ਉਹ ਪਰਮਾਤਮਾ ਇੱਕ ਹੈ ਜਿਹੜਾ ਨਿਰਭਉ ਤੇ ਨਿਰਵੈਰ ਹੈ। ਪਰਮਾਤਮਾ ਦੇ ਗੁਣ ਕਿਹੜੇ ਹੈ ਜੀ? ਉਹਦੇ ਗੁਣ ਨੇ ਉਹ ਨਿਰਭਉ ਹੈ ਤੇ ਨਿਰਵੈਰ ਹੈ। ਅਸੀਂ ਨਿਰਭਉ ਨਹੀਂ, ਅਸੀਂ ਸਾਡਾ ਤੇ ਕਿਸੇ ਨਾ ਕਿਸੇ ਨਾਲ ਵੈਰ ਹੈ ਨਾ। ਅਸੀਂ ਨਿਰਵੈਰ ਵੀ ਨਹੀਂ ਤੇ ਅਸੀਂ ਨਿਰਭਉ ਵੀ ਨਹੀਂ, ਕਿਉਂਕਿ ਸਾਨੂੰ ਡਰ ਵੀ ਕਿਸੇ ਦਾ ਹੈ ਤੇ ਸਾਡਾ ਵੈਰ ਵੀ ਕਿਸੇ ਨਾਲ ਹੈ। ਪਰ ਇੱਕ ਪਰਮਾਤਮਾ ਹੈ ਜਿਹਦਾ ਕਿਸੇ ਨਾਲ ਵੈਰ ਵੀ ਨਹੀਂ ਤੇ ਜਿਹਨੂੰ ਕਿਸੇ ਦਾ ਡਰ ਵੀ ਨਹੀਂ। ਕਿਉਂ? ਕਿਉਂਕਿ ਉਹ ਪਰਮਾਤਮਾ ਐਸਾ, ਡਰ ਆਪਣੇ ਤੋਂ ਦੂਜੀ ਸ਼ਕਤੀ ਦਾ ਹੁੰਦਾ ਹੈ ਤੇ ਜਦੋਂ ਦੂਜੀ ਉਹਦੇ ਨਾਲ ਦੀ ਕੋਈ ਹੋਰ ਸ਼ਕਤੀ ਹੈ ਹੀ ਨਹੀਂ, ਫਿਰ ਡਰ ਕਾਹਦਾ? ਆਪਣੇ ਤੋਂ ਉੱਪਰਲੀ ਸ਼ਕਤੀ ਦਾ ਡਰ ਹੁੰਦਾ ਹੈ। ਉੱਪਰਲੀ ਸ਼ਕਤੀ ਦੂਸਰੀ ਕੋਈ ਨਹੀਂ, ਫਿਰ ਉਸ ਨੂੰ ਡਰ ਕਾਹਦਾ ਹੈ? ਉਹ ਪਰਮਾਤਮਾ ਇੱਕ ਹੈ, ਜਿਸ ਵਰਗਾ ਕੋਈ ਹੋਰ ਹੈ ਨਹੀਂ। ਉਹ ਪਰਮਾਤਮਾ ਸਾਰੇ ਇਸ ਜਗ੍ਹਾ ਤੇ ਹਰ ਥਾਂ ਤੇ ਜਿਹੜਾ ਰਮਿਆ ਹੋਇਆ ਹੈ ਤੇ ਜਿਹੜਾ ਜੰਮਦਾ ਤੇ ਮਰਦਾ ਨਹੀਂ, ਜਿਸ ਤੇ ਸਮੇਂ ਦਾ ਕੋਈ ਅਸਰ ਨਹੀਂ ਹੈ। ਤੇ ਉਹ ਪਰਮਾਤਮਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ, ਗੁਰੂ ਦੀ ਰਹਿਮਤ ਦੇ ਨਾਲ ਉਸ ਪਰਮਾਤਮਾ ਨਾਲ ਆਤਮਾ ਦਾ ਮਿਲਾਪ ਹੁੰਦਾ ਹੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੇਰੇ ਖਜ਼ਾਨੇ ਤੇ ਭਰੇ ਹੋਏ ਨੇ ਨਾ। ਨਿਧਾਨਾ ਦਾ ਅਰਥ ਹੈ ਖਜ਼ਾਨਾ। ਤੂੰ ਖਜ਼ਾਨਾ ਹੈ ਗੁਣਾਂ ਦਾ। ਇੱਕ ਗੁਣ ਨਹੀਂ, ਦੋ ਨਹੀਂ, ਚਾਰ ਨਹੀਂ, 10 ਨਹੀਂ, 100 ਨਹੀਂ, 1000 ਨਹੀਂ, ਲੱਖ ਨਹੀਂ, ਕਰੋੜ ਨਹੀਂ, ਅਰਬ ਨਹੀਂ, ਖਰਬ ਨਹੀਂ, ਬੇਅੰਤ 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 ਹੀ ਕਿਹਾ ਜਾ ਸਕਦਾ ਹੈ। ਇੰਨੇ ਗੁਣ ਨੇ ਕਿ ਉਹਦੇ ਗੁਣਾਂ ਦੀ ਕੀਮਤ, ਉਹਦੇ ਗੁਣਾਂ ਦੀ ਗਿਣਤੀ ਕਰਨੀ ਅਸੰਭਵ ਹੈ। ਤੂੰ ਐਡਾ ਵੱਡਾ ਖਜ਼ਾਨਾ ਹੈ, ਕਿਉਂਕਿ ਉਹਦੇ ਕੋਲ ਕਿੰਨੇ ਗੁਣ ਨੇ, ਸਾਰਿਆਂ ਨੂੰ ਉਹ ਨਿਵਾਜਦਾ ਹੈ। ਇੱਥੋਂ ਤੱਕ ਐਡਾ ਵੱਡਾ ਗੁਣ ਕਿ ਜਿਹੜਾ ਉਹਨੂੰ ਬੁਰਾ ਭਲਾ ਵੀ ਕਵੇ ਉਹਨੂੰ ਵੀ ਨਿਵਾਜੀ ਜਾਂਦਾ ਹੈ। ਇਹ ਉਹਦੀ ਨਿਰਵੈਰਤਾ ਹੈ ਨਾ, ਕਿ ਜੇ ਕੋਈ ਬੁਰਾ ਭਲਾ ਕਹਿੰਦਾ ਹੈ ਉਹਨੂੰ ਵੀ ਉਹ ਰੋਟੀ ਤੇ ਰੋਜੀ ਦਿੰਦਾ ਹੈ, ਦਾਤਾਂ ਦਿੰਦਾ ਹੈ। ਤੇ ਦਾਤਾਂ ਵਿੱਚ ਮੈਂ ਕਈ ਵਾਰਾਂ ਕਿਹਾ, ਆਕਸੀਜਨ ਵਰਗੀਆਂ ਦਾਤਾਂ ਦਿੰਦਾ ਹੈ, ਪਾਣੀ ਵਰਗੀਆਂ ਨਿਆਮਤਾਂ ਦਿੱਤੀਆਂ ਨੇ। ਜਿਹੜੇ ਅਸੀਂ ਫਲ ਫਰੂਟ ਖਾਂਦੇ ਹਾਂ, ਜਿਹੜੇ ਅਸੀਂ ਡਰਾਈ ਫਰੂਟ ਖਾਂਦੇ ਹਾਂ, ਇਹ ਵੀ ਨਿਆਮਤਾਂ ਉਹਦੀਆਂ ਦਿੱਤੀਆਂ। ਤੇ ਤੁਸੀਂ ਕਹਿ ਸਕਦੇ ਹੋ ਨਾ ਕਿ ਬਾਬਾ ਜੀ ਫਰੂਟ ਤਾਂ ਅਸੀਂ ਸੇਬ ਤੇ ਬਾਜ਼ਾਰੋਂ ਲਿਆ ਕੇ ਖਾਂਦੇ, ਤੇ ਜੇ ਸੇਬ ਦਾ ਬੀਜ ਪੈਦਾ ਨਾ ਕਰਦਾ ਤੇ ਉਹ ਕਿਵੇਂ ਤੁਸੀਂ ਲਿਆ ਕੇ ਖਾ ਲੈਂਦੇ? ਉਹ ਪਰਮਾਤਮਾ ਨੇ ਇਹ ਤੇ ਇੱਕ ਵਿਧੀ ਤਰੀਕਾ ਬਣਾਇਆ ਹੈ। ਇਹ ਸਾਰਾ ਕੁਝ ਪੈਦਾ ਕਰਨ ਵਾਲਾ ਵੀ ਉਹ ਹੈ ਪਿਆਰਿਓ। ਸਾਰੇ ਖਜ਼ਾਨਿਆਂ ਦਾ ਉਹ ਖਜ਼ਾਨਾ ਹੈ, ਸਾਰੇ ਖਜ਼ਾਨੇ ਉਹਦੇ ਕੋਲ ਹਨ। ਖਜ਼ਾਨਾ ਹੈ, ਬਹੁਤ ਗੁਣਾਂ ਦਾ ਵੱਡਾ ਖਜ਼ਾਨਾ ਹੈ। ਤੇ ਸਾਹਿਬ ਦਾ ਅਰਥ ਹੁੰਦਾ ਹੈ ਮਾਲਕ। ਤੂੰ ਮਾਲਕ ਵੀ ਹੈ, ਸਾਰਿਆਂ ਦਾ ਮਾਲਕ ਵੀ ਹੈ। ਤੂੰ ਸੱਚਾ ਸਾਹਿਬ, ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਯਾਦ ਰੱਖੋ, ਕੋਈ ਸਾਹਿਬ ਪਤਾ ਕਿਹੋ ਜਿਹਾ ਹੁੰਦਾ ਹੈ? ਇੱਕ ਉਹ ਸਾਹਿਬ ਹੁੰਦਾ ਹੈ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਜੀ ਇਹ ਸਾਡਾ ਸਰਪੰਚ ਸਾਹਿਬ, ਇਹ ਸਾਡਾ MLA ਸਾਹਿਬ, ਇਹ ਮੰਤਰੀ ਸਾਹਿਬ, ਇਹ ਮੁੱਖ ਮੰਤਰੀ ਸਾਹਿਬ ਤੇ ਇਹ ਪ੍ਰਧਾਨ ਮੰਤਰੀ ਸਾਹਿਬ। ਤੇ ਯਾਦ ਰੱਖੋ, ਉਹਦੀ ਸਾਬੀ ਵੀ ਕਿਸੇ ਦੀ 5 ਸਾਲ ਵੀ ਨਹੀਂ ਰਹਿੰਦੀ, ਕਿਸੇ ਦੀ 5 ਸਾਲ ਰਹਿ ਗਈ, ਕਿਸੇ ਦੀ 10 ਰਹਿ ਗਈ, ਕਿਸੇ ਦੀ 15 ਰਹਿ ਗਈ, ਕਿਸੇ ਦੀ 20 ਰਹਿ ਗਈ। ਤੇ ਜਿਸ ਦਿਨ ਮਰ ਜਾਏਗਾ ਉਦੋਂ ਤੇ ਸਾਬੀ ਖਤਮ ਹੋ ਹੀ ਜਾਏਗੀ, ਉਸ ਦਿਨ ਤੇ ਖਤਮ ਹੋ ਰਹਿ ਜਾਏਗੀ ਨਾ। ਪਰ ਇਹਦੀ ਸਾਬੀ ਜੁਗੋ ਜੁਗ। ਇਹ ਉਹ ਸਾਹਿਬ ਹੈ ਜਿਹੜਾ ਲੋਕ ਵਿੱਚ ਵੀ ਮਦਦ ਕਰਦਾ ਹੈ ਤੇ ਪਰਲੋਕ ਵਿੱਚ ਵੀ ਮਦਦ ਕਰਦਾ ਹੈ। ਐਸਾ ਸਾਹਿਬ ਦੱਸੋ, ਇਹ ਠੀਕ ਹੈ। ਇਹੋ ਜਿਹੇ ਸਾਹਿਬ ਜਿਹੜੇ ਹੋਣਗੇ, ਕੋਈ ਪ੍ਰਧਾਨ ਮੰਤਰੀ ਜਿਹਨੂੰ ਸਾਹਿਬ ਕਹਿੰਦੇ ਹੋਣਗੇ, ਉਹ ਤੁਹਾਨੂੰ ਐਸ ਸਮੁੰਦਰ ਤੋਂ ਪਾਰ ਕਰ ਸਕਦਾ ਹੋਵੇ, ਪਰ ਸੰਸਾਰ ਸਮੁੰਦਰ ਤੋਂ ਜੇ ਕੋਈ ਪਾਰ ਕਰ ਸਕਦਾ ਹੈ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਉਹ ਕੇਵਲ ਪਰਮਾਤਮਾ ਹੈ ਜਿਹੜਾ ਤਾਰ ਸਕਦਾ ਹੈ। ਸੰਸਾਰ ਦੇ ਵਿੱਚ ਐਸੀਆਂ ਛੱਲਾਂ ਆਉਂਦੀਆਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ, ਜੀਵ ਨੂੰ ਆਪਣੇ ਵਿੱਚ ਲਪੇਟ ਲੈਂਦੀਆਂ ਨੇ। ਪਰ ਜਦੋਂ ਉਹਦੀ ਕਿਰਪਾ ਹੋ ਜਾਵੇ, ਉਹ ਮਾਲਕ ਰਹਿਮਤ ਕਰ ਦੇਵੇ, ਤੇ ਫਿਰ ਉਹਨਾਂ ਛੱਲਾਂ ਤੋਂ ਵੀ ਬਚਾ ਲੈਂਦਾ ਹੈ। ਉਹ ਡੁੱਬਦੇ ਨੂੰ, ਇਸ ਪੱਥਰ ਰੂਪੀ ਜੀਵ ਨੂੰ ਡੁੱਬਦੇ ਹੋਏ ਨੂੰ ਉਸ ਸਮੁੰਦਰ ਵਿੱਚੋਂ ਬਚਾ ਲੈਂਦਾ ਹੈ, ਕਿਰਪਾ ਕਰਕੇ ਤਾਰ ਦਿੰਦਾ ਹੈ। ਪੱਥਰ ਨੂੰ ਵੀ ਤਾਰ ਦਿੰਦਾ ਹੈ ਜਦੋਂ ਉਹਦੀ ਕਿਰਪਾ ਵਰਤਦੀ ਹੈ, ਰਹਿਮਤ ਵਰਤਦੀ ਹੈ। ਸਤਿਗੁਰੂ ਜੀ, ਤੂੰ ਐਸਾ ਗੁਣਾਂ ਦਾ ਖਜ਼ਾਨਾ ਹੈ। ਤੇਰੇ ਕਿਹੜੇ ਕਿਹੜੇ ਗੁਣ, ਕਿੰਨੇ ਕੁ ਗੁਣ ਹੈ ਜਿਨ੍ਹਾਂ ਨੂੰ ਅਸੀਂ ਬਿਆਨ ਕਰਨ ਦਾ, ਕਿਹੜੇ ਕਿਹੜੇ ਗੁਣ ਅਸੀਂ ਕਹਿ ਸਕਦੇ ਹਾਂ? ਸਾਡੀ ਪਾਇਆ ਬਹੁਤ ਥੋੜੀ ਹੈ, ਬਹੁਤ ਛੋਟੀ ਹੈ। ਸੋ ਕਿਰਪਾ ਕਰੋ ਸਤਿਗੁਰੂ ਜੀ, ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਤੁਸੀਂ ਸਾਹਿਬ ਵੀ ਹੋ, ਕਿਉਂਕਿ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ,
ਇੱਕੋ ਹੈ, ਇੱਕੋ ਆ ਜਿਹੜਾ ਲੋਕ ਤੇ ਪਰਲੋਕ ਸਵਾਰ ਸਕਦਾ ਹੈ। ਤੁਮਰੀ ਮਹਿਮਾ ਵਰਨ ਨਾ ਸਾਕਉ, ਤੂੰ ਠਾਕੁਰ ਊਚ ਭਗਵਾਨਾ। ਵਾਹਿਗੁਰੂ ਜੀ, ਤੇਰੀ ਮਹਿਮਾ, ਤੇਰੀ ਉਸਤਤ, ਤੇਰੀ ਵਡਿਆਈ ਅਸੀਂ ਬਿਆਨ ਨਹੀਂ ਕਰ ਸਕਦੇ, ਵਰਣਨ ਨਹੀਂ ਕਰ ਸਕਦੇ। ਤੂੰ ਬਹੁਤ ਉੱਚਾ ਹੈ, ਇੰਨਾ ਉੱਚਾ ਹੈ ਕਿ ਤੇਰੀ ਉਚਾਈ ਵੱਲ ਸਾਡਾ ਤਾਂ ਸੋਚਣਾ ਵੀ ਬਹੁਤ ਛੋਟਾ ਹੋਵੇਗਾ ਨਾ। ਅਸੀਂ ਕਿੱਥੋਂ ਤੱਕ ਵੇਖ ਸਕਦੇ ਹਾਂ? ਸਾਡੀ ਦੇਖਣ ਦੀ ਸੀਮਾ ਹੈ। ਪਰਮਾਤਮਾ ਅਸੀਮ ਹੈ ਤੇ ਉਹ ਬੇਅੰਤ ਹੈ। ਇਸ ਕਰਕੇ ਵਾਹਿਗੁਰੂ ਜੀ ਤੁਸੀਂ ਬਹੁਤ ਉੱਚੇ ਭਗਵਾਨ ਹੋ। ਮੈਂ ਹਰ ਹਰ ਨਾਮ ਧਰ ਸੋਈ। ਵਾਹਿਗੁਰੂ ਜੀ, ਮੇਰੇ ਜੀਵ ਦਾ ਆਸਰਾ, ਬਜ਼ੁਰਗ ਦਾ ਆਸਰਾ ਹੁੰਡੀ ਹੁੰਦੀ ਹੈ, ਡਗੋਰੀ ਹੁੰਦੀ ਹੈ। ਇਸੇ ਤਰ੍ਹਾਂ ਜੀਵ ਆਤਮਾ ਦਾ ਆਸਰਾ, ਜਾਂ ਇਦਾਂ ਕਹਿ ਲਈਏ ਕਿ ਜੀਵ ਨੂੰ ਖੁਰਾਕ ਚਾਹੀਦੀ ਹੈ ਨਾ ਖਾਣ ਵਾਸਤੇ। ਜੀਣ ਵਾਸਤੇ ਕੀ ਚਾਹੀਦਾ ਹੈ? ਭੋਜਨ ਚਾਹੀਦਾ ਹੈ। ਸਰੀਰ ਨੂੰ ਜਿੰਦਾ ਰੱਖਣ ਲਈ ਭੋਜਨ ਚਾਹੀਦਾ, ਖੁਰਾਕ ਚਾਹੀਦੀ ਹੈ। ਆਤਮਾ ਨੂੰ ਜਿੰਦਾ ਰੱਖਣ ਲਈ ਪਰਮਾਤਮਾ ਦਾ ਨਾਮ ਚਾਹੀਦਾ ਹੈ। ਪਰਮਾਤਮਾ ਦੀ ਨਾਮ ਰੂਪੀ ਖੁਰਾਕ ਚਾਹੀਦੀ ਹੈ। ਜਿਹਦੇ ਕੋਲ ਪਰਮਾਤਮਾ ਦੀ ਨਾਮ ਰੂਪੀ ਖੁਰਾਕ ਹੋਵੇਗੀ, ਜਿਹਦੀ ਆਤਮਾ ਦੇ ਅੰਦਰ ਪਰਮਾਤਮਾ ਦੀ ਨਾਮ ਰੂਪੀ ਖੁਰਾਕ ਆ ਜਾਂਦੀ ਹੈ, ਜਿਹੜਾ ਆਸਰਾ ਪਰਮਾਤਮਾ ਦੇ ਨਾਮ ਨੂੰ ਬਣਾ ਲੈਂਦਾ ਹੈ, ਫਿਰ ਉਹਨੂੰ ਦੁੱਖ ਤੇ ਸੁੱਖ ਦੋਵੇਂ ਬਰਾਬਰ ਲੱਗਣ ਲੱਗ ਜਾਂਦੇ ਆ। ਉਹਨੂੰ ਦੁਨੀਆ ਦੇ ਦੁੱਖ ਦੁਖੀ ਨਹੀਂ ਕਰ ਸਕਦੇ। ਯਾਦ ਰੱਖਿਓ, ਕਿਸੇ ਬੰਦੇ ਦੀ ਮਹਾਨਤਾ ਪਰਖਣੀ ਹੋਵੇ ਨਾ, ਕਿਸੇ ਜੀਵ ਨੂੰ ਦੇਖਣਾ ਹੋਵੇ ਕਿ ਇਹ ਕਿਤਨਾ ਕੁ ਮਹਾਨ ਹੈ, ਉਹਦੀ ਮਹਾਨਤਾ ਸੁੱਖ ਵਿੱਚ ਨਾ ਪਰਖਣਾ, ਕਿਉਂਕਿ ਸੁੱਖ ਵਿੱਚ ਸਾਰੇ ਹੀ ਬੜੇ ਮਹਾਨ ਹੋਇਆ ਕਰਦੇ। ਕੋਲ ਹਰ ਤਰ੍ਹਾਂ ਦੇ ਸੁੱਖ ਸਹੂਲਤਾਂ ਹੋਣ ਤੇ ਮਨੁੱਖ ਦੇ ਚਿਹਰੇ ਤੇ ਜਲਾਲ ਹੋਇਆ ਹੀ ਕਰਦਾ ਹੈ ਨਾ। ਲੇਕਿਨ ਕਿਸੇ ਮਨੁੱਖ ਦੀ ਮਹਾਨਤਾ ਪਰਖਣੀ ਹੋਵੇ ਤੇ ਉਹਦੀ ਦੁੱਖ ਵਿੱਚ ਪਰਖਣਾ ਕਿ ਦੁੱਖ ਵਿੱਚ ਉਹਦੀ ਲਾਈਫ ਦਾ ਕਿੰਨਾ ਕੁ ਬੈਲੈਂਸ ਬਣਿਆ ਹੋਇਆ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਚੰਦਨ ਦੀ ਚੌਕੀ ਤੇ ਬੈਠਿਆ ਹੋਇਆਂ ਸਿਰ ਤੇ ਚੌਰ ਸਾਹਿਬ ਹੁੰਦਾ ਹੈ, ਮੁਖਾਰਬਿੰਦ ਤੋਂ ਜੋ ਬਚਨ ਕਰਦੇ ਸਿੱਖ ਆਖੇ ਲੱਗਦੇ ਨੇ, ਚਿਹਰੇ ਤੇ ਜਲਾਲ ਹੈ, ਪਰ ਉਹੀ ਜਲਾਲ ਤਤੀ ਤਵੀ ਤੇ ਵੀ ਸੀ। ਤਤੀ ਤਵੀ ਤੇ ਬੈਠਿਆਂ ਵੀ ਇਹ ਗੱਲ ਕਹਿ ਦਿੱਤੀ ਨਾ, ਤੇਰਾ ਕੀਆ ਮਿੱਠਾ ਲਾਗੇ। ਇਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਉਹਨਾਂ ਦੇ ਹਿੱਸੇ ਵਿੱਚ ਆਇਆ ਹੈ। ਇਹ ਹਿੱਸੇ ਉਹਨਾਂ ਦੇ ਆਏ ਜਿਨ੍ਹਾਂ ਦੇ ਸਿਰ ਤੇ ਜਲਾਦਾਂ ਨੇ ਜਦੋਂ ਆਰਾ ਰੱਖਿਆ ਨਾ, ਜਦੋਂ ਸਿਰ ਤੇ ਜਲਾਦਾਂ ਨੇ ਆਰਾ ਰੱਖਿਆ ਤੇ ਕਹਿਣ ਲੱਗੇ ਕੋਈ ਆਖਰੀ ਤੇਰੀ ਮੰਗ ਹੈ? ਕਹਿੰਦਾ ਹਾਂ ਕਰੋਗੇ ਪੂਰੀ? ਕਹਿੰਦੇ ਕਰਾਂਗੇ। ਕਹਿੰਦਾ ਆਖਰੀ ਮੰਗ ਹੈ, ਮੇਰਾ ਮੂੰਹ ਮੇਰੇ ਗੁਰੂ ਵੱਲ ਕਰ ਦਿਓ। ਇਹ ਹੈ ਸਿੱਖ ਦੀ ਤੇ ਗੁਰੂ ਦੀ ਪ੍ਰੀਤੀ। ਸਿੱਖ ਦਾ ਗੁਰੂ ਪ੍ਰਤੀ ਸਤਿਕਾਰ, ਗੁਰੂ ਪ੍ਰਤੀ ਪ੍ਰੇਮ ਅਜਿਹਾ ਹੋਣਾ ਚਾਹੀਦਾ ਹੈ। ਗੁਰੂ ਦਾ ਸਤਿਕਾਰ ਅਜਿਹਾ ਹੋਣਾ ਚਾਹੀਦਾ ਹੈ। ਇੱਕ ਦਿਨ ਦੀ ਗੱਲ ਹੈ ਸੰਗਤ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਮਹਾਨ ਸ਼ਹੀਦ, ਮਹਾਨ ਬ੍ਰਹਮ ਗਿਆਨੀ, ਮਹਾਨ ਤਪਸਵੀ, ਬੰਦਗੀ ਵਾਲੇ, ਬਾਣੀ ਵਾਲੇ, ਬਾਣੇ ਵਾਲੇ, ਉਹ ਰੂਹ ਜਿਨ੍ਹਾਂ ਨੂੰ ਸਾਰਾ ਸੰਸਾਰ ਚੁੱਕਦਾ ਹੈ। ਕਲਮਾ ਘੜ ਘੜ ਕੇ ਇੱਕ ਕੋਠਾ ਭਰ ਲਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਲਿਖਣਾ ਆਰੰਭ ਕਰ ਦਿੱਤਾ। ਤੇ ਲਿਖਦਿਆਂ ਲਿਖਦਿਆਂ ਜਿਹੜੀ ਕਲਮ ਘਸ ਜਾਂਦੀ ਤੇ ਚੌੜੀ ਹੋ ਜਾਂਦੀ, ਜਿਹਦੀ ਲਿਖਾਈ ਬਦਲ ਜਾਂਦੀ। ਪਹਿਲਾਂ ਸਾਰੀਆਂ ਕਲਮਾਂ ਇੱਕੋ ਜੀਆਂ ਘੜ ਕੇ ਰੱਖ ਲਈਆਂ ਕਿ ਕਿਤੇ ਲਿਖਾਈ ਵਿੱਚ ਫਰਕ ਨਾ ਪੈ ਜਾਵੇ, ਰਾਈਟਿੰਗ 'ਚ ਕਿਤੇ ਫਰਕ ਨਾ ਪੈ ਜਾਵੇ। ਤੇ ਜਿਹੜੀ ਕਲਮ ਘਸ ਜਾਂਦੀ ਉਹਨੂੰ ਉਸ ਸਰੋਵਰ ਦੇ ਵਿੱਚ ਸੁੱਟ ਦਿੱਤਾ ਜਾਂਦਾ। ਤੇ ਇੱਕ ਕੋਲ ਬੈਠੇ ਹੋਏ ਸਿੱਖ ਨੇ ਕਿਹਾ, ਕੀ ਕਹਿਣ ਲੱਗਾ ਕਿ ਬਾਬਾ ਜੀ ਫਿਰ ਕੀ ਹੋਇਆ, ਕਲਮ ਥੋੜੀ ਘਸ ਗਈ, ਚਾਕੂ ਲੈ ਕੇ ਤਿੱਖਾ ਕਰ ਲਓ। ਤੇ ਅੰਦਰ ਸ਼ਰਧਾ ਕਿਵੇਂ ਦੀ ਸਿੱਖ ਦੇ ਅੰਦਰ ਹੋਣੀ ਚਾਹੀਦੀ ਹੈ, ਪ੍ਰੇਮ ਕਿਵੇਂ ਦਾ ਹੋਣਾ ਚਾਹੀਦਾ, ਇਹ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਤੋਂ ਸਿੱਖੋ। ਕਹਿਣ ਲੱਗੇ ਸਿੱਖਾ, ਜਿਸ ਕਲਮ ਦੇ ਨਾਲ ਗੁਰੂ ਦੀ ਅੰਮ੍ਰਿਤ ਬਾਣੀ ਲਿਖੀ ਜਾ ਚੁੱਕੀ ਹੈ, ਇਹ ਸ਼ਾਹੀ ਦੇ ਨਾਲ ਲਿਖ ਰਹੀ, ਹੁਣ ਮੈਂ ਇਹਨੂੰ ਚਾਕੂ ਦੇ ਨਾਲ ਫਿਰ ਘੜਾਂ, ਤਿੱਖਿਆਂ ਕਰਾਂ, ਮੇਰੀ ਆਤਮਾ ਮੰਨਦੀ ਨਹੀਂ ਹੈ। ਇੰਨਾ ਸਤਿਕਾਰ, ਇੰਨਾ ਪ੍ਰੇਮ, ਇੰਨਾ ਪਿਆਰ ਹੋਣਾ ਚਾਹੀਦਾ ਹੈ ਸਿੱਖ ਦੇ ਅੰਦਰ। ਕਿਉਂਕਿ ਗੁਰੂ ਪ੍ਰਤੀ ਹਰ ਛੋਟੀ ਤੋਂ ਛੋਟੀ ਗੱਲ ਉਹ ਨਹੀਂ ਘੜਨ ਦੀ, ਗੱਲ ਗੁਰੂ ਦੇ ਨਾਲ ਪ੍ਰੇਮ ਵਿੱਚ ਬਰੀਕ ਤੋਂ ਬਰੀਕ ਗੱਲ ਦਾ ਵੀ ਖਿਆਲ ਰੱਖਣਾ ਸਿੱਖ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਕਰਨ ਵਾਲੇ ਸਿੱਖਾਂ ਦੀ ਗਾਥਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਦਾ ਨਾਮ ਨੂੰ ਆਸਰਾ ਬਣਾਇਆ, ਗੁਰੂ ਕੀ ਬਾਣੀ ਨੂੰ ਆਪਣੇ ਜੀਵਨ ਦਾ ਆਸਰਾ ਬਣਾਇਆ, ਜਿਨ੍ਹਾਂ ਨੇ ਆਪਣੇ ਜੀਵਨ ਦਾ ਆਸਰਾ ਪ੍ਰਮਾਤਮਾ ਦਾ ਨਾਮ ਬਣਾਇਆ। ਮੈਂ ਹਰ ਹਰ ਨਾਮ
ਧਰ ਸੋਈ। हे ਵਾਹਿਗੁਰੂ ਜੀ ਤੇਰਾ ਨਾਮ ਹੀ हे ਹਰਿ ਜੀ ਮੇਰੇ ਜੀਵ ਦਾ ਆਸਰਾ ਹੈ। ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ। ਇਹ ਗੱਲ ਅਸੀਂ ਜਦੋਂ ਆਉਨੇ ਨਾ ਗੁਰਦੁਆਰੇ ਧਾਰਮਿਕ ਅਸਥਾਨ ਤੇ ਜਾਣੇ 10 20 50 100 ਦਾ ਨੋਟ ਪਾ ਕੇ ਇੱਕ ਲਿਸਟ ਲੈ ਕੇ ਉਹਨੇ ਬਾਬਾ ਇੰਜ ਕਰਦੇ, ਬਾਬਾ ਇੰਜ ਕਰਦੇ। ਬਾਬੇ ਨੂੰ ਆਪਣੀਆਂ ਸ਼ਰਤਾਂ ਮਨਾਉਣੇ ਐ। ਬਾਬਾ ਜੇ ਇੰਜ ਨਾ ਕੀਤਾ ਮੈਂ ਆਹ ਕਰਾਂਗਾ, ਮੈਂ ਤੇਰਾ ਘਰ ਛੱਡ ਦਾਂਗਾ। ਕਈ ਤਰ੍ਹਾਂ ਦੀਆਂ ਅੰਦਰ ਪਤਾ ਨਹੀਂ ਕਿਵੇਂ ਦੀ ਨੈਗੇਟਿਵਿਟੀ ਲੈ ਕੇ ਆਉਂਦੇ ਐ, ਪਰ ਕੋਈ ਵਿਰਲਾ ਹੋਵੇਗਾ ਕੋਟਨ ਮੈਂ ਕਹੂ ਨਾਰਾਇਣ ਜੇ ਚੀਤ ਵਾਲਾ ਜਿਹੜਾ ਕਹਿੰਦਾ ਹੋਵੇਗਾ हे ਵਾਹਿਗੁਰੂ ਜੀ ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ। ਜਿਵੇਂ ਤੈਨੂੰ ਚੰਗਾ ਲੱਗਦਾ ਹੈ ਨਾ, ਮੈਨੂੰ ਤੇਰਾ ਹੁਕਮ ਚਾਹੀਦਾ, ਮੈਂ ਤੇਰੇ ਹੁਕਮ ਵਿੱਚ ਜ਼ਿੰਦਗੀ ਜਿਉਣੀ ਹੈ। ਤੇ ਜੇ ਹੁਕਮ ਵਿੱਚ ਜ਼ਿੰਦਗੀ ਜਿਉਣੀ ਸਿੱਖਣੀ ਹੋਵੇ ਨਾ ਤੇ ਭਾਈ ਲਹਿਣਾ ਜੀ ਕੋਲੋਂ ਸਿੱਖੇ ਨਾ। ਭਾਵੇਂ ਚੰਗੇ ਬਸਤਰ ਪਾਏ ਹੋਣ, ਚਿੱਕੜ ਦੀ ਪੰਡ ਵੀ ਚੁੱਕਣੀ ਪੈ ਜੇ ਤੇ ਕਿੰਤੂ ਨਹੀਂ ਤੇ ਕਿੰਤੂ ਕਰਨ ਵਾਲੇ ਤੇ ਕਹਿੰਦੇ ਤੇ ਆ ਕੱਪੜੇ ਲਬੇੜੀ ਕਰਦਾ, ਇਹਦਾ ਕੀ ਫਾਇਦਾ ਜੀ, ਇਹਦਾ ਕੀ ਫਾਇਦਾ ਜੀ। ਲੇਕਿਨ ਨਹੀਂ, ਇੱਥੇ ਤੇ ਗੱਲ ਉਹ ਨਹੀਂ ਹੈ, ਇੱਥੇ ਗੱਲ ਪ੍ਰੇਮ ਦੀ ਹੈ। ਜਿੱਥੇ ਪ੍ਰੇਮ ਹੋਵੇਗਾ ਉੱਥੇ ਇਹ ਨੇਮ ਨਹੀਂ ਹੋਵੇਗਾ। ਨੇਮ ਨਿਤ ਨੇਮ ਵਾਲੇ ਨੇਮ ਦੀ ਨਹੀਂ ਗੱਲ ਕਰਦਾ, ਨਿਤਾ ਪ੍ਰਤੀ ਵਾਲੇ ਨੇਮ ਦੀ ਗੱਲ ਨਹੀਂ ਕਰਦਾ। ਅਜਿਹਾ ਨੇਮ ਕੰਡੀਸ਼ਨਲ ਨੇਮ ਨਹੀਂ ਹੋਵੇਗਾ, ਸ਼ਰਤਾਂ ਵਾਲਾ ਨੇਮ ਨਹੀਂ ਹੋਵੇਗਾ। ਉਹਦੇ ਹੁਕਮ ਵਿੱਚ ਜ਼ਿੰਦਗੀ ਜਿਉਣੀ ਆ ਜਾਂਦੀ ਹੈ, ਪਰਮਾਤਮਾ ਦੇ ਹੁਕਮ ਵਿੱਚ ਰਹਿਣਾ ਆ ਜਾਂਦਾ ਹੈ, ਪਰਮਾਤਮਾ ਦੇ ਹੁਕਮ ਵਿੱਚ ਤੁਰਨਾ ਆ ਜਾਂਦਾ ਹੈ। ਕਹਿੰਦੇ ਲੈਣਿਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਲੈਣਿਆ ਕਿੱਕਰ ਤੋਂ ਮਠਿਆਈ ਝਾੜ। ਤੇ ਜਦੋਂ ਚੜਨ ਲੱਗੇ ਨਾ ਤੇ ਕੋਲ ਬਾਬਾ ਸ਼੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਕਹਿੰਦੇ ਕਿੱਕਰ ਤੋਂ ਮਠਿਆਈ ਥੋੜੀ ਚੜਨੀ ਹੈ। ਕਹਿੰਦੇ ਝੜੇ ਨਾ ਝੜੇ ਮੇਰਾ ਗੁਰੂ ਦਾ ਹੁਕਮ ਮੰਨਣਾ ਹੈ। ਪਿਆਰਿਓ ਕੀ ਹੋਵੇ, ਅਸੀਂ ਇਹ ਨਹੀਂ ਕਹਿੰਦੇ ਆ ਹੋ ਜਾਏਗਾ। ਸਾਡੇ ਅੰਦਰ ਤੇ ਪਹਿਲਾਂ ਹੀ ਵਿਸ਼ਵਾਸ ਜਿਹੜਾ ਹੈ ਉਹ ਧੁੰਦਲਾ ਹੈ, ਵਿਸ਼ਵਾਸ ਪੂਰਨ ਨਹੀਂ ਹੈ। ਗੱਲ ਬਣੇਗੀ ਕਿਵੇਂ? ਜਿਉਂ ਭਾਵੈ ਤਿਉਂ ਰੱਖ ਮੇਰੇ ਸਾਹਿਬ। ਸਤਿਗੁਰੂ ਜੀ ਜਿਵੇਂ ਤੈਨੂੰ ਚੰਗਾ ਲੱਗਦਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਅਸੀਂ ਤੇਰੇ ਹੁਕਮ ਵਿੱਚ ਤੇਰੀ ਰਜ਼ਾ ਵਿੱਚ ਰਹਿਣਾ ਆ ਜਾਵੇ, ਭਾਣੇ ਵਿੱਚ ਰਹਿਣਾ ਆ ਜਾਵੇ। ਭਾਣੇ ਵਿੱਚ ਰਹਿ ਰਿਹਾ ਹੈ ਸਿੱਖ, ਕਹਿੰਦਾ ਹੈ ਠੀਕ ਹੈ ਜੇ ਮੇਰਾ ਤੁਸੀਂ ਮੇਰੇ ਸਰੀਰ ਦੇ ਜਿਸਮ ਤੇ ਆਰਾ ਰੱਖ ਦਿੱਤਾ ਹੈ, ਲੇਕਿਨ ਮੇਰਾ ਮੂੰਹ ਮੇਰੇ ਗੁਰੂ ਵੱਲ ਕਰ ਦਿਓ, ਜਿਸ ਗੁਰੂ ਨੇ ਇਹ ਸ਼ਕਤੀ ਤੇ ਬਲ ਬਖਸ਼ਿਸ਼ ਕੀਤਾ ਹੈ। ਕਹਿਣ ਲੱਗੇ ਇਹੋ ਜੀ ਤੇ ਕੋਈ ਹੋਰ ਵੀ ਮੰਗ ਲੈ। ਆਰੇ ਦੇ ਦੰਦਿਆਂ ਥੱਲੇ ਉਂਗਲੀ ਫੇਰੀ, ਕਹਿਣ ਲੱਗਾ ਜਲਾਦਾ ਆਰੇ ਦੇ ਦੰਦੇ ਤਿੱਖੇ ਕਰ ਲਾ। ਜਲਾਦ ਮੁਸਕਰਾ ਕੇ ਕਹਿੰਦਾ ਘਬਰਾ ਗਿਆ ਖੁੰਡੇ ਦੰਦਿਆਂ ਤੋਂ? ਕਹਿੰਦਾ ਨਹੀਂ, ਖੁੰਡੇ ਦੰਦਿਆਂ ਤੋਂ ਨਹੀਂ ਘਬਰਾਇਆ। ਇਸ ਕਰ ਕਿਉਂ ਕਹਿੰਦਾ ਤਿੱਖੇ ਕਰ ਲੈ? ਇਸ ਕਰਕੇ ਕਹਿੰਦਾ ਤੇਰੇ ਖੁੰਡੇ ਦੰਦਿਆਂ ਨੇ ਮੇਰੀ ਸਿੱਖੀ ਕਲੰਕਿਤ ਕਰ ਦੇਣੀ। ਕਹਿੰਦਾ ਉਹ ਕਿਵੇਂ? ਕਹਿੰਦਾ ਜਲਾਦਾ ਜਦੋਂ ਮੇਰੇ ਜਿਸਮ ਦੇ ਉੱਤੇ ਤੂੰ ਆਰਾ ਚਲਾਉਣਾ ਹੈ, ਯਾਦ ਰੱਖ ਮੈਂ ਗੁਰੂ ਨਾਨਕ ਦੀ ਬਾਣੀ ਪੜ੍ਹਨ ਲੱਗ ਜਾਣਾ ਹੈ ਤੇ ਮੈਂ ਉਹਦੀ ਰਜਾ ਵਿੱਚ ਆਰੇ ਨੂੰ ਵੀ ਉਹਦੀ ਰਜਾ ਸਮਝ ਕੇ ਆਰੇ ਦੇ ਥੱਲੇ ਅਹਿਲ ਤੇ ਅਡੋਲ ਖੜੇ ਰਹਿਣਾ ਹੈ। ਤੇਰੇ ਖੁੰਡੇ ਦੰਦਿਆਂ ਨੇ ਚੀਰ ਟੇਢਾ ਪਾ ਦੇਣਾ ਹੈ। ਆਉਣ ਵਾਲੀਆਂ ਨਸਲਾਂ ਸ਼ੱਕ ਕਰਨਗੀਆਂ ਮਤੀ ਦਾਸ ਆਰੇ ਥੱਲੇ ਹਿੱਲਿਆ ਹੋਵੇਗਾ। ਇਸ ਕਰਕੇ ਕਹਿੰਦਾ ਦੰਦੇ ਤਿੱਖੇ ਕਰ, ਕਿਉਂਕਿ ਆਉਣ ਵਾਲੀਆਂ ਨਸਲਾਂ ਫਖਰ ਤੇ ਮਾਣ ਨਾਲ ਕਹਿਣ ਮਤੀ ਦਾਸ ਆਰੇ ਥੱਲੇ ਵੀ ਅਹਿਲ ਤੇ ਅਡੋਲ ਰਿਹਾ ਸੀ। ਇਹ ਹੈ ਸਿੱਖੋ ਤੁਹਾਡੀ ਗਾਥਾ, ਇਹ ਹੈ ਤੁਹਾਡਾ ਇਤਿਹਾਸ। ਆਰੇ ਦੇ ਥੱਲੇ ਵੀ ਭਾਣੇ ਵਿੱਚ ਰਹਿਣਾ, ਰਜ਼ਾ ਵਿੱਚ ਰਹਿਣਾ, ਪਰਮਾਤਮਾ ਦੇ ਹੁਕਮ ਵਿੱਚ ਰਹਿਣਾ। ਕਿਉਂਕਿ ਇਸ ਗੱਲ ਦੀ ਸਮਝ ਆ ਗਈ ਕਿ ਇਸ ਮੌਤ ਵਿੱਚੋਂ ਵੀ ਇੱਕ ਜ਼ਿੰਦਗੀ ਮਿਲ ਜਾਏਗੀ, ਮੇਰੀ ਕੌਮ ਨੂੰ ਜੀਵਨ ਮਿਲ ਜਾਏਗਾ। ਇਹ ਸਾਡੀ ਕੌਮ ਨੂੰ ਜੀਵਨ ਦੇ ਕੇ ਗਏ, ਜੀਵਨ ਜਿਉਣਾ ਸਿਖਾ ਕੇ ਗਏ ਸਤਿਗੁਰੂ ਸੱਚੇ ਪਾਤਸ਼ਾਹ ਜੀ। ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ। ਤੇਰੇ ਤੋਂ ਬਿਨਾਂ ਮੇਰਾ ਕੋਈ ਹੋਰ ਥਾਂ ਹੀ ਨਹੀਂ ਹੈ। ਦੂਜਾ ਕੌਣ ਹੈ ਜਿਹਦੇ ਕੋਲ ਅਸੀਂ ਜਾਈਏ? ਸਤਿਗੁਰੂ ਜੀ ਤੂੰ ਹੀ ਤੇ ਮੇਰਾ ਆਸਰਾ ਹੈ, ਤੂੰ ਹੀ ਮੇਰੀ ਲੋਕ ਪਰਲੋਕ ਸਹਾਇਤਾ ਕਰਦਾ ਹੈ, ਤੂੰ ਹੀ ਮੇਰੇ ਦੁੱਖ ਤੇ ਸੁੱਖ ਦੀ ਮਦਦਗਾਰ ਹੈ। ਰਹਾਉ ਠਹਿਰਾਓ ਦੇ ਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੈ ਅਰਦਾਸ। ਮੇਰੀ ਸ਼ਕਤੀ ਮੇਰਾ ਬਲ ਤੂੰ ਹਾਂ, ਪਰਮਾਤਮਾ ਤੂੰ ਹੀ ਹੈ। ਮੇਰਾ ਸਹਾਰਾ ਮੇਰਾ ਆਸਰਾ ਵੀ ਤੂੰ ਹੈ। ਤੇ ਮੈਂ ਕੀ ਕਰ ਸਕਦਾ? ਇੱਕੋ ਇੱਕ ਕੰਮ ਕਰ ਸਕਦਾ, ਤੂੰ ਠਾਕਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸ਼ੂਕ ਕਨੇਰੇ। ਕੋਈ ਨਾ ਜਾਣੈ
ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ। ਇਹ ਅਰਦਾਸ ਕਰ ਸਕਦਾ ਵਾਹਿਗੁਰੂ ਜੀ, ਮੈਂ ਤੇ ਤੇਰੇ ਚਰਨਾਂ ਵਿੱਚ ਕੇਵਲ ਤੇ ਕੇਵਲ ਅਰਦਾਸ ਹੀ ਕਰ ਸਕਦਾ ਹਾਂ। ਮੈਂ ਹੋਰ ਥਾਉ ਨਾਹੀ ਜਿਸ ਪੈ ਕਰਉ ਬੇਨੰਤੀ, ਮੇਰਾ ਦੁਖ ਸੁਖ ਤੁਝ ਹੀ ਪਾਸ। ਕਿਸੇ ਨੇ ਕਿਸੇ ਦਾ ਆਸਰਾ ਲਿਆ ਹੁੰਦਾ ਹੈ, ਕਿਸੇ ਨੇ ਕਿਸੇ ਦਾ, ਪਰ ਸਤਿਗੁਰੂ ਜੀ ਦੀ ਬਾਣੀ ਦੱਸਦੀ ਹੈ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਇੱਕ ਹੈ ਭਗਵਾਨ। ਜਿਨ੍ਹਾਂ ਨੇ ਇੱਕ ਪਰਮਾਤਮਾ ਦਾ ਆਸਰਾ, ਹੈ ਵਾਹਿਗੁਰੂ, ਧੰਨ ਗੁਰੂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆ, ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਮੇਰਾ ਦੁੱਖ ਵੀ ਤੇਰੇ ਕੋਲ ਤੇ ਸੁਖ ਵੀ, ਤੂੰ ਸਾਰੀਆਂ ਦਾਤਾਂ ਦੇਣ ਵਾਲਾ ਤੂੰ ਹੈ, ਤੇ ਮੈਂ ਅਰਦਾਸ ਕਿਹਦੇ ਅੱਗੇ ਕਰਾਂ? ਤੇਰੇ ਅੱਗੇ ਹੀ ਕਰਾਂਗਾ ਨਾ, ਕਿਉਂਕਿ ਹੋਰ ਕੋਈ ਮੈਨੂੰ ਆਸਰਾ ਨਹੀਂ ਹੈ। ਜਦੋਂ ਤੱਕ ਮਨੁੱਖ ਨੇ ਆਪਣੀ ਸੁਰਤ ਵਿੱਚ ਕੋਈ ਦੂਜਾ ਆਸਰਾ ਰੱਖਿਆ ਹੋਵੇ ਨਾ, ਉਨੀ ਦੇਰ ਤੱਕ ਗੱਲ ਨਹੀਂ ਬਣਨੀ। ਗੱਲ ਬਣਨੀ ਕਦੋਂ ਹੈ? ਜਦੋਂ ਸਾਰੇ ਆਸਰੇ ਸਾਰੀਆਂ ਆਸਾਂ ਤਿਆਗ ਕੇ ਧਰ ਜੀਅਰੈ ਏਕ ਟੇਕ, ਤੂੰ ਲਾਹੇ ਬਣਾਣੀ ਆਸ, ਇਹ ਗੱਲ ਜਦੋਂ ਬਣੇਗੀ ਉਦੋਂ ਇਹ ਗੱਲ ਬਣਨੀ ਹੈ। ਵਿੱਚੇ ਧਰਤੀ ਵਿੱਚੇ ਪਾਣੀ, ਵਿੱਚ ਕਾਸਟ ਅਗਨ ਤਰੀਜੈ। ਧਰਤੀ ਦੇ ਵਿੱਚ, ਧਰਤੀ ਪਾਣੀ ਵਿੱਚ ਹੈ ਤੇ ਪਾਣੀ ਧਰਤੀ ਵਿੱਚ ਹੈ। ਵੇਖੋ ਕਿੱਡੀ ਅਜੀਬ ਖੇਡ ਹੈ ਉਸ ਕਰਤੇ ਨੇ ਜਿਹੜੀ ਰਚੀ ਹੋਈ। ਅਜਿਹਾ ਕੋਈ ਕਰ ਸਕਦਾ? ਕੋਈ ਪਾਣੀ ਵਿੱਚ ਧਰਤੀ ਤੇ ਧਰਤੀ ਵਿੱਚ ਪਾਣੀ, ਅਜਿਹੀ ਖੇਡ ਉਹਨੇ, ਅਨੋਖੀ ਖੇਡ ਜਿਹੜੀ ਹੈ ਉਹ ਰਚ ਦਿੱਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਜਿਵੇਂ ਲੱਕੜ ਦੇ ਵਿੱਚ ਅੱਗ, ਹੁਣ ਲੱਕੜ ਦੇ ਵਿੱਚ ਅੱਗ ਹੋਵੇ ਤੇ ਲੱਕੜ ਨੂੰ ਤੇ ਬਲ ਜਾਣਾ ਚਾਹੀਦਾ ਹੈ, ਸੜ ਜਾਣਾ ਚਾਹੀਦਾ ਹੈ, ਪਰ ਲੱਕੜ ਦੇ ਵਿੱਚ ਅੱਗ ਵੀ ਉਹਨੇ ਰੱਖੀ। ਦੋਵੇਂ ਚੀਜ਼ਾਂ ਇੱਕੇ ਦੇ ਵਿੱਚ ਇਕੱਠੀਆਂ ਕਰਕੇ ਉਸ ਕਰਤੇ ਨੇ ਰੱਖ ਦਿੱਤੀਆਂ। ਇਹ ਉਹਦਾ ਰਹਿਮੋ ਕਰਮ ਹੈ। ਪਾਣੀ ਤੇ ਅੱਗ ਦੋਵੇਂ ਜਿੱਦਾਂ ਉਸਨੇ ਇਕੱਠੀਆਂ ਕੀਤੀਆਂ ਹੋਈਆਂ ਹਨ। ਬੱਕਰੀ ਸਿੰਘ ਇਕ ਤੈ ਥਾਏ ਰਾਖੇ, ਮਨ ਹਰ ਜਪ ਭ੍ਰਮ ਭਉ ਦੂਰ ਕੀਜੈ। ਉਸ ਕਰਤੇ ਨੇ, ਅਕਾਲ ਪੁਰਖ ਵਾਹਿਗੁਰੂ ਨੇ, ਵੇਖੋ ਅਜੀਬ ਖੇਡ ਕੀਤੀ ਹੋਈ ਆ ਕਿ ਬੱਕਰੀ ਤੇ ਸ਼ੇਰ ਦੋਨਾਂ ਨੂੰ ਇਕੱਠਿਆਂ ਰੱਖਿਆ ਹੋਇਆ ਹੈ। ਉਹਦੀ ਇਹ ਰਹਿਮ ਹੈ ਕਿ ਉਹ ਸ਼ਕਤੀ ਦਾ ਮਾਲਕ ਹੈ। ਜੇ ਚਾਵੇ ਸ਼ੇਰ ਨੂੰ ਘਾਹ ਖਵਾ ਸਕਦਾ ਹੈ, ਰਾਜਿਆਂ ਨੂੰ ਭੀਖ ਮੰਗਾ ਸਕਦਾ ਹੈ। ਜੇ ਚਾਵੇ ਤੇ ਬੱਕਰੀ ਤੇ ਸ਼ੇਰ ਉਹ ਇੱਕੇ ਹੀ ਸਰਕਸ ਵਿੱਚ ਤਮਾਸ਼ੇ ਕਰਦੇ ਨਜ਼ਰੀ ਦੇਖ ਪੈ ਸਕਦੇ ਨੇ। ਇਹ ਉਸ ਕਰਤੇ ਦੀ ਅਜੀਬ ਖੇਡ ਹੈ। ਉਹ ਕਰਤੇ ਦੀ ਐਸੀ ਅਜੀਬ ਖੇਡ ਹੈ, ਵਾਹਿਗੁਰੂ ਜੀ ਕਹਿੰਦੇ ਹੈ ਕਿ ਇਹ ਦੋਨੋਂ ਚੀਜ਼ਾਂ ਜਿਵੇਂ ਰੱਖੀਆਂ ਨੇ, ਮਨ ਹਰ ਜਪ, ਇਹ ਮੇਰੇ ਮਨ ਤੂੰ ਪਰਮਾਤਮਾ ਦਾ ਜਾਪ ਕਰ, ਨਾਮ ਜਪ, ਹਰੀ ਦਾ ਜਪ ਕਰ। ਕਿਉਂ? ਕਹਿੰਦੇ ਭਰਮ ਭਉ ਦੂਰ ਕੀਜੈ। ਤੇਰੇ ਅੰਦਰ ਜਿਹੜਾ ਭਰਮ ਪੈਦਾ ਹੋ ਗਿਆ ਹੈ, ਭਰਮ ਕਿਹੜਾ ਪੈਦਾ ਹੋ ਗਿਆ? ਧਰਮ ਦੇ ਨਾਂ ਤੇ ਕੀਤਾ ਹੋਇਆ ਕਰਮ। ਕਈ ਵਾਰਾਂ ਅਸੀਂ ਧਾਰਮਿਕ ਅਸਥਾਨ ਤੇ ਅੱਖਾਂ ਮੀਚ ਕੇ ਇੱਕ ਲੱਤ ਤੇ ਖੜੋਤੇ ਹੁੰਦੇ ਹਾਂ, ਪਰ ਅਸੀਂ ਉਹ ਕਰਮ ਵੀ ਕਰੀ ਜਾਂਦੇ ਜਿਹੜੇ ਗੁਰੂ ਨੇ ਵਰਜੇ ਹੁੰਦੇ ਆ। ਉਹ ਕਰਮ ਵੀ, ਜਦੋਂ ਅਸੀਂ ਧਾਰਮਿਕ ਅਸਥਾਨ ਤੇ ਕਿਸੇ ਨੂੰ ਦੇਖਦੇ ਹਾਂ, ਉਹਦੀਆਂ ਅੱਖਾਂ ਬੰਦ, ਉਹਦੀ ਸੁਰਤ ਜੁੜੀ ਤੇ ਸਾਨੂੰ ਬੜਾ ਲੱਗਦਾ ਹੈ, ਪਰ ਜਦੋਂ ਕਿਤੇ ਬਾਹਰ ਜਾ ਕੇ ਦੇਖਦੇ ਸਾਡਾ ਦਿਲ ਟੁੱਟ ਜਾਂਦਾ ਹੈ। ਪਹਿਲਾਂ ਤੇ ਲੱਗਦਾ ਬੜਾ ਸ਼ਰਧਾਲੂ, ਪਰ ਜਦੋਂ ਉਹਨੂੰ ਦੂਸਰਾ ਰੂਪ ਦੇਖਦੇ, ਉਹਦੇ ਅੰਦਰ ਭਰਮ ਪੈਦਾ ਕੀਤਾ ਉਹਨੇ ਆਪਣੇ ਅੰਦਰ ਵੀ ਅਸੀਂ ਗੁਰੂ ਕੋਲ ਧਨ ਚੜਾ ਦਿੱਤਾ, ਮਾਇਆ ਚੜਾ ਦਿੱਤੀ, ਗੁਰੂ ਨੂੰ ਨਮਸਕਾਰ ਅੱਖਾਂ ਮੀਚ ਮੀਚ ਕੇ ਕਰ ਲਈਆਂ, ਪਰ ਅਸਲ ਅੱਖ ਤੇ ਮੀਚੀ ਨਹੀਂ ਹੈ। ਅੱਖੀਂ ਤਾਂ ਮੀਚੈ ਨਾਕ ਪਕੜੇ, ਕਾਹਦੇ ਵਾਸਤੇ? ਠੱਗਣ ਕਹੋ ਸੰਸਾਰ। ਸੰਸਾਰ ਵਿੱਚ ਠੱਗੀਆਂ ਮਾਰਨ ਤੋਂ ਅੱਖਾਂ ਨਹੀਂ ਮੀਚੀਆਂ, ਉਧਰ ਤੇ ਤਗੜਾ ਹੋ ਕੇ ਮਾਰੀ ਜਾਣਾ ਹੈ, ਇੱਧਰ ਅੱਖਾਂ ਮੀਚ ਮੀਚ ਕੇ ਦਿਖਾਈ ਜਾਣਾ ਹੈ। ਧਾਰਮਿਕ ਅਸਥਾਨਾਂ ਦੇ ਉੱਤੇ ਦਿਖਾਵਾ ਕਰੀ ਜਾਵੇ, ਅੱਖਾਂ ਮੀਚਣ ਦਾ ਢੋਂਗ ਕਰੇ, ਇਹ ਜਿਹੜਾ ਕਰਮ ਹੈ ਇਹ ਤੇਰੇ ਅੰਦਰ ਬਣਿਆ ਹੋਇਆ ਭਰਮ ਹੈ। ਇਸ ਭਰਮ ਨੂੰ ਦੂਰ ਕਰ ਆਪਣੇ ਅੰਦਰੋਂ। ਜਦ ਤੱਕ ਇਹ ਭਰਮ ਦੂਰ ਨਹੀਂ ਕਰੇਗਾ ਤੇ ਜਿਹੜਾ ਤੇਰੇ ਅੰਦਰ ਭਾਵ ਹੈ ਨਾ, ਡਰ ਹੈ, ਡਰ ਕਾਹਦਾ ਹੁੰਦਾ ਹੈ? ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ। ਜਿਹੜਾ ਅੰਦਰ ਪਾਪ ਕੀਤਾ ਨਾ, ਪਾਪ ਕਮਾਉਂਦੇ ਆ, ਤੇਰਾ ਕੋਈ ਨਾ ਬੇਲੀ ਰਾਮ। ਤੇ ਜਦੋਂ ਤੂੰ ਪਾਪ ਛੱਡ ਦੇਂਗਾ ਤੇਰੇ ਅੰਦਰੋਂ ਡਰ ਦੂਰ ਹੋ ਜਾਵੇਗਾ। ਨਿਰਭਉ ਜਪੈ ਸਗਲ ਭਉ ਮਿਟੈ, ਗੁਰ ਪ੍ਰਸਾਦ ਭਰਮ ਕਾ ਨਾਸ। ਗੁਰੂ ਦੀ ਕਿਰਪਾ ਦੁਆਰਾ ਅੰਦਰੋਂ ਭਰਮ ਦਾ ਨਾਸ਼ ਕਰ ਲੈ ਤੇ ਨਿਰਭਉ ਨੂੰ ਜਪ ਕੇ ਨਿਰਭਉ ਹੋ ਜਾ। ਸਾਰੇ ਭਉ ਅੰਦਰੋਂ
ਦੂਰ ਕਰ ਦੇ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ। ਉਸ ਕਰਤੇ ਦੀ ਵਡਿਆਈ ਦੇਖ ਲਓ। ਕਹਿੰਦੇ ਆ ਕਿ ਇੱਕ ਦਿਨ ਪਾਣੀ ਦੀ ਗਾਗਰ ਲੈ ਕੇ ਬਾਬਾ ਅਮਰਦਾਸ ਜੀ ਆ ਰਹੇ ਹੈ ਤੇ ਕਬੋਲ ਬੋਲ ਦਿੱਤੇ ਜੁਲਾਈ ਨੇ, ਲੇਕਿਨ ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਜਦੋਂ ਕਿਰਪਾ ਹੋਈ ਤੇ ਉਹਨਾਂ ਨੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਪੱਤਿਆਂ ਦੀ ਪੱਤ, ਨਿਗੱਤਿਆਂ ਦੀ ਗੱਤ, ਨਿਧਰਿਆਂ ਦੀ ਧਿਰ, ਨਿਆਸਰਿਆਂ ਦੇ ਆਸਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਣਾ ਦਿੱਤੇ। ਇਹ ਹੈ ਨਾ, ਇਹ ਹਰੀ ਦੀ ਵਡਿਆਈ ਹੈ। ਜਿਨ੍ਹਾਂ ਨੂੰ ਲੋਕ ਦਰਕਾਰ ਹੋਣ, ਕਬੋਲ ਬੋਲਦੇ ਹੋਣ, ਜੇ ਗੁਰੂ ਤਰਸ ਕਰ ਦੇਵੇ ਤੇ ਉਹਨਾਂ ਦੇ ਉੱਤੇ ਜਿਹੜਾ ਛਤਰ ਝੁੱਲ ਜਾਂਦਾ ਹੈ। ਇਹ ਹਰੀ ਦੀ ਵਡਿਆਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੀ ਝੋਲੀ ਵਿੱਚ ਇਹ ਅੰਮ੍ਰਿਤ ਬਚਨ ਪਾ ਕੇ ਸਾਨੂੰ ਸਮਝਾ ਦਿੱਤਾ ਕਿ ਹਰ ਕੀ ਵਡਿਆਈ ਦੇਖੋ ਸੰਤੋ, ਹੇ ਹਰੀ ਦੇ ਸੰਤ ਜਨੋ, ਇਹ ਪਰਮਾਤਮਾ ਦੀ ਵਡਿਆਈ ਨੂੰ ਦੇਖਣਾ ਕਰੋ। ਦੇਖੋ ਹਰ ਨਿਮਾਣਿਆ ਮਾਣ ਦਿਵਾਏ। ਰੱਬ ਦੇ ਪਿਆਰਿਓ, ਉਹ ਨਿਮਾਣਿਆਂ ਨੂੰ ਮਾਣ ਦਿਵਾ ਦਿੰਦਾ, ਵਡਿਆਈ ਬਖਸ਼ਿਸ਼ ਕਰ ਦਿੰਦਾ ਹੈ। ਜਿਉ ਧਰਤੀ ਚਰਨ ਤਲੇ ਤੇ ਉਪਰ ਆਵੈ, ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਜਿਵੇਂ ਧਰਤੀ ਸਾਡੇ ਪੈਰਾਂ ਦੇ ਥੱਲੇ ਹੈ, ਧਰਤੀ ਦੇ ਉੱਤੇ ਅਸੀਂ ਤੁਰੇ ਫਿਰਦੇ ਹਾਂ, ਗੱਡੀਆਂ ਦੌੜਦੀਆਂ ਨੇ, ਅਸੀਂ ਦੌੜ ਰਹੇ ਹਾਂ, ਭੱਜ ਰਹੇ ਹਾਂ, ਪਰ ਇੱਕ ਦਿਨ ਸਾਨੂੰ ਮੌਤ ਰੂਪੀ ਫਰਿਸ਼ਤਾ ਆਏਗਾ, ਉਹ ਢਾਹ ਲਏਗਾ ਤੇ ਇਹੀ ਮਿੱਟੀ ਜਿਹੜੀ ਪੈਰਾਂ ਥੱਲੇ ਇਹ ਸਾਡੇ ਉੱਤੇ ਹੋ ਜਾਵੇਗੀ, ਅਸੀਂ ਇਹਦੇ ਥੱਲੇ ਹੋ ਜਾਵਾਂਗੇ। ਇਹ ਤੇ ਕਰਤੇ ਦੀ ਖੇਡ ਹੈ ਨਾ। ਦੇਖੋ ਉਹ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ, ਇਸੇ ਤਰ੍ਹਾਂ ਜਿਵੇਂ ਧਰਤੀ ਉੱਪਰ ਆ ਜਾਂਦੀ ਹੈ, ਉਹ ਕਰਤਾ ਪੁਰਖ ਜਦੋਂ ਰਹਿਮ ਕਰਦਾ ਹੈ, ਨਾਨਕ ਹੇ ਨਾਨਕ ਧੰਨ ਗੁਰੂ ਐ ਨਾਨਕ ਗੁਰੂ ਨਾਨਕ ਸਾਹਿਬ ਮਹਾਰਾਜ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹੈ, ਸਾਧ ਜਨਾ ਜਗਤ ਆਣ ਸਭ ਪੈਰੀਂ ਪਾਏ। ਸਾਰਾ ਸੰਸਾਰ ਆ ਕੇ ਉਹਨਾਂ ਦੇ ਪੈਰਾਂ ਤੇ ਝੁਕ ਜਾਂਦਾ, ਜਿਨ੍ਹਾਂ ਨੂੰ ਲੋਕ ਕਬੋਲ ਬੋਲਦੇ ਹੋਣ, ਜਿਨ੍ਹਾਂ ਨੂੰ ਭੈੜਾ ਕਹਿੰਦੇ ਹੋਣ, ਜਿਨ੍ਹਾਂ ਨੂੰ ਛੋਟਾ ਦਿਖਾਉਂਦੇ ਹੋਣ, ਜਿਹੜੇ ਰੱਬ ਦੇ ਹਰੀ ਜਨ ਬਣ ਜਾਂਦੇ ਨਾਮ ਵਿੱਚ, ਜਿਨ੍ਹਾਂ ਨੇ ਸੁਰਤ ਟਿਕਾ ਲਈ, ਜਿਨ੍ਹਾਂ ਨੇ ਆਪਣਾ ਅਕੀਦਾ ਪਰਮਾਤਮਾ ਤੇ ਟਿਕਾ ਲਿਆ, ਉਹਨਾਂ ਦਾ ਲੋਕ ਪਰਲੋਕ ਸਵਰ ਜਾਂਦਾ ਹੈ। ਸਾਰੀ ਦੁਨੀਆ ਆਪਾਂ ਦੇਖਦੇ ਹਾਂ ਨਾ, ਐਤਵਾਰ ਨੂੰ ਦੇਖਦੇ ਹੋ ਨਾ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਲੱਖਾਂ ਦੀ ਗਿਣਤੀ ਵਿੱਚ ਸੰਗਤ ਆ ਕੇ ਕਹਿ ਰਹੀ ਹੁੰਦੀ ਹੈ, ਜਾਪ ਕਰ ਰਹੀ ਹੁੰਦੀ ਹੈ, ਅਰਦਾਸਾਂ ਕਰ ਰਹੀ ਹੁੰਦੀ ਹੈ। ਕਿਉਂ? ਕਿਉਂਕਿ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਅੰਦਰ ਪਰਮਾਤਮਾ ਨੂੰ ਵਸਾ ਲਿਆ, ਉਹਨਾਂ ਦੇ ਚਰਨਾਂ ਦੇ ਉੱਤੇ ਆ ਕੇ ਸਾਰੇ ਰਾਜੇ ਮਹਾਰਾਜੇ, ਦੁਨੀਆ ਦੇ ਆਪਣੇ ਆਪ ਨੂੰ ਫੰਨੀ ਖਾਂ ਕਹਾਉਣ ਵਾਲੇ ਵੀ ਆ ਕੇ ਉੱਥੇ ਸਿਰ ਝੁਕਾ ਦਿੰਦੇ ਨੇ, ਉਹਨਾਂ ਅੱਗੇ ਝੁਕ ਜਾਂਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਸ਼ਕਤੀ ਕਿਹੜੀ ਹੁੰਦੀ ਹੈ? ਉਸ ਕਰਤੇ ਦੀ ਸ਼ਕਤੀ ਜਿਹਦੇ ਅੰਦਰ ਟਿਕ ਗਈ। ਇਸ ਕਰਕੇ ਅਸੀਂ ਆਪਣੇ ਹਿਰਦੇ ਦੇ ਅੰਦਰ ਉਸ ਪਰਮਾਤਮਾ ਦੀ ਇਬਾਦਤ ਨੂੰ, ਨਾਮ ਨੂੰ ਸੁਰਤ ਵਿੱਚ ਟਿਕਾਈਏ ਤੇ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਸਾਡੇ ਹਿਰਦੇ ਵਿੱਚ ਵਸੇਗਾ ਤੇ ਸਾਡਾ ਲੋਕ ਅਤੇ ਪਰਲੋਕ ਸਵਰ ਜਾਵੇਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਆਓ ਜੋ ਲੜੀਵਾਰ ਪਾਵਨ ਪਵਿੱਤਰ ਸ਼ਬਦ ਚੱਲ ਰਿਹਾ ਹੈ, ਉਸ ਦੀ ਆਪਾਂ ਸਾਂਝ ਕਰਨ ਦਾ ਯਤਨ ਕਰੀਏ। ਸਾਰੀਆਂ ਸਿੱਖ ਸੰਗਤਾਂ, ਕਿਉਂਕਿ ਹਰ ਰੋਜ਼ ਨਿਤਾ ਪ੍ਰਤੀ ਦੀ ਤਰ੍ਹਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਨਾਲ ਆਪਾਂ ਜੁੜਦੇ ਹਾਂ। ਆਓ ਜੀ ਪਿਆਰ ਵਿੱਚ ਸਰਵਣ ਕਰੀਏ। ਰਾਮ ਕਲੀ ਬਾਣੀ ਭਗਤਾ ਕੀ। ਇਹ ਰਾਗ ਰਾਮਕਲੀ ਦੇ ਅੰਦਰ ਭਗਤ ਸਾਹਿਬਾਨ ਦੀ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਹਨ। ਕਬੀਰ ਜੀਓ। ਇਹ ਅਤਿਅੰਤ ਸਤਿਕਾਰਤ ਮਹਾਨ ਸ਼ਖਸੀਅਤ ਭਗਤ ਕਬੀਰ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਅੰਮ੍ਰਿਤ ਬਚਨ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਮਾਤਮਾ ਇੱਕ ਹੈ, ਜਿਸ ਵਰਗਾ ਦੂਸਰਾ ਹੋਰ ਕੋਈ ਹੈ ਨਹੀਂ ਹੈ। ਇੱਕ ਰਸ ਸਭ ਜਗ੍ਹਾ ਜੋ ਵਿਆਪਕ ਹੈ। ਅਜਿਹਾ ਪਰਮਾਤਮਾ ਸਤਿਗੁਰੂ ਦੀ ਕਿਰਪਾ ਦੁਆਰਾ ਹੀ ਮਿਲਦਾ ਹੈ। ਕਾਇਆ ਕਲਾਲਨ ਲਾਹਨ ਮੇਲੋ, ਗੁਰ ਕਾ ਸ਼ਬਦ ਗੁੜ ਕੀ ਨਰੇ। ਜਿਵੇਂ ਅਸੀਂ ਇਹ ਸ਼ਬਦ ਜਿਹੜਾ ਹੈ ਨਾ ਜੀ, ਇਹ ਭਗਤ ਕਬੀਰ ਜੀ ਦੇ ਕੋਲ ਇੱਕ ਜੋਗੀ ਆਇਆ
ਤੇ ਉਹ ਕਹਿੰਦਾ ਕਿ ਭਗਤ ਜੀ ਮੈਂ ਸ਼ਰਾਬ ਪੀਂਦਾ ਵਾਂ, ਬੜੀ ਸੁਰਤ ਟਿਕਦੀ, ਤੁਸੀਂ ਵੀ ਕਦੀ ਕਦੀ ਪੀ ਲਿਆ ਕਰੋ, ਥੋੜੀ ਜਿਹੀ ਪੀ ਕੇ ਸੁਰਤ ਟਿਕਾ ਲਿਆ ਕਰੋ। ਤੇ ਉਹਦਾ ਜਵਾਬ ਫਿਰ ਭਗਤ ਕਬੀਰ ਜੀ ਨੇ ਇਹ ਉੱਤਰ ਰੂਪ ਵਿੱਚ ਸ਼ਬਦ ਉਚਾਰਨ ਕੀਤਾ, ਕਹਿਣ ਲੱਗੇ ਕਿ ਮੈਂ ਵੀ ਸ਼ਰਾਬ, ਤੁਸੀਂ ਸ਼ਰਾਬ ਕਿਵੇਂ ਬਣਾਉਂਦੇ ਹੋ? ਕਹਿੰਦਾ ਜੀ ਅਸੀਂ ਤੇ ਘੜੇ ਵਿੱਚ ਗੁੜ ਪਾ ਕੇ ਉਹਦੇ ਚ ਲਾਹਣ ਬਣਾਉਂਦੇ, ਵੱਖ-ਵੱਖ ਚੀਜ਼ਾਂ ਪਾ ਕੇ ਮਿਸ਼ਰਣ ਬਣਾ ਕੇ ਉਹਦੀ ਸ਼ਰਾਬ ਕੱਢਦੇ ਹਾਂ। ਤੇ ਭਗਤ ਕਬੀਰ ਜੀ ਕਹਿੰਦੇ ਮੈਂ ਆਪਣੇ ਸਰੀਰ ਦਾ ਘੜਾ ਬਣਾਇਆ ਹੋਇਆ ਹੈ, ਤੇ ਇਹਦੇ ਵਿੱਚ ਜਿਹੜਾ ਤੁਸੀਂ ਉਹਦੇ 'ਚ ਕੀ ਪਾਉਂਦੇ, ਕਹਿੰਦੇ ਗੁੜ ਆਦਿਕ ਪਾਉਂਦੇ ਹਾਂ ਵਸਤੂਆਂ, ਤੇ ਕਹਿੰਦੇ ਜਿਹੜਾ ਗੁੜ ਰੂਪੀ ਮੈਂ ਪਾਉਣਾ ਹਾਂ ਉਹ ਗੁਰੂ ਦਾ ਸ਼ਬਦ ਰੂਪ ਪਾਉਂਦਾ ਹਾਂ। ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸ ਦੀਨ ਰੇ। ਮੈਂ ਆਪਣੇ ਇਸ ਘੜੇ ਦੇ ਵਿੱਚ ਕਾਮ ਕ੍ਰੋਧ ਅਤੇ ਤ੍ਰਿਸ਼ਨਾ ਈਰਖਾ ਇਹ ਜਿਹੜੀਆਂ ਚੀਜ਼ਾਂ ਹੰਕਾਰ ਆਦਿਕ ਨੇ ਇਹਨਾਂ ਨੂੰ ਉਸ ਘੜੇ ਦੇ ਵਿੱਚ ਟੁਕੜੇ ਟੁਕੜੇ ਕਰਕੇ ਪਾ ਦਿੱਤੇ ਹੈ, ਕਿਉਂਕਿ ਮਨੁੱਖ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤ੍ਰਿਸ਼ਨਾ ਆਦਿਕ ਈਰਖਾ ਇਹ ਤੰਗ ਕਰਦੀਆਂ ਨੇ, ਪਰੇਸ਼ਾਨ ਕਰਦੀਆਂ ਨੇ, ਬੇਚੈਨ ਕਰਦੀਆਂ ਨੇ। ਭਗਤ ਕਬੀਰ ਜੀ ਕਹਿੰਦੇ ਮੈਂ ਇਹਦੇ ਟੁਕੜੇ ਕਰਕੇ ਇਸ ਸਰੀਰ ਰੂਪੀ ਘੜੇ ਵਿੱਚ ਪਾ ਦਿੱਤੇ ਨੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਧੰਨ ਗੁਰੂ ਭਗਤ ਕਬੀਰ ਜੀ ਕਹਿੰਦੇ ਆ ਕਿ ਇਹਦੇ ਟੁਕੜੇ ਕਰ ਦਿੱਤੇ ਹਨ। ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾ ਕਉ ਜਪ ਤਪ ਦਿਓ ਦਲਾਲੀ ਰੇ। ਜਿਵੇਂ ਉਹ ਸੱਕ ਪਾ ਲੈਂਦੇ ਨੇ ਆਦਿਕ ਚੀਜ਼ਾਂ, ਕਹਿੰਦੇ ਹੈ ਕੋਈ ਰੇ ਸੰਤ ਸਹਿਜ ਸੁਖ ਅੰਤਰ, ਕਹਿੰਦੇ ਕੋਈ ਅਜਿਹਾ ਤੁਹਾਡੇ ਕੋਲ ਐਸਾ ਸੰਤ ਹੈ ਜਿਹੜਾ, ਕਿਹੜਾ ਸੰਤ ਜਿਹੜਾ ਆਤਮਕ ਅਡੋਲਤਾ ਸਹਿਜ ਸੁਖ ਅੰਤਰ ਦੇ ਅੰਦਰ ਜਿਹਦੇ ਕੋਲ ਆਤਮਕ ਅਡੋਲਤਾ ਹੋਵੇ, ਜਿਹੜਾ ਘਬਰਾਉਂਦਾ ਨਾ ਹੋਵੇ, ਜਿਹੜਾ ਤ੍ਰਿਸ਼ਨਾ ਦੇ ਪਿੱਛੇ ਨਾ ਦੌੜਦਾ ਹੋਵੇ, ਜਿਹਦੀ ਆਤਮਾ ਟਿਕੀ ਹੋਵੇ ਤੇ ਆਨੰਦ ਰਸ ਹੋਵੇ, ਆਨੰਦ ਚਿੱਤ ਹੋਵੇ। ਕਹਿੰਦੇ ਇਹੋ ਜਿਹੇ ਸਤ ਤੋਂ ਮੈਂ ਜਿਹੜਾ ਆ ਸੰਸਾਰ ਦਾ ਦਿਖਾਵੇ ਦਾ ਜਪ ਤਪ ਹੈ ਨਾ, ਇਹ ਜਿਹੜਾ ਹੈ ਦਲਾਲੀ ਦੇ ਰੂਪ 'ਚ ਦੇ ਦਊਂਗਾ। ਅੱਜ ਕੱਲ੍ਹ ਆਪਾਂ ਜਾਣਦੇ ਹਾਂ ਕਿ ਜਿਹੜੇ ਸੌਦਾ ਕਰਾ ਦਿੰਦਾ ਕੋਈ ਪਲਾਟ ਦਾ, ਕੋਈ ਪ੍ਰਾਪਰਟੀ ਦਾ, ਉਹਨੂੰ ਦਲਾਲ ਕਹਿੰਦੇ ਆ, ਉਧਰੋਂ ਵੀ ਕਮਿਸ਼ਨ ਲੈਂਦਾ ਤੇ ਉਧਰੋਂ ਵੀ ਕਮਿਸ਼ਨ ਲੈਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਮੈਂ ਉਸ ਨੂੰ ਜਪ ਤਪ ਦੀ ਦਲਾਲੀ ਦੇਣ ਲਈ ਤਿਆਰ ਹਾਂ, ਜੇ ਕੋਈ ਅਜਿਹਾ ਰੱਬ ਦਾ ਪਿਆਰਾ ਜੁੜਿਆ ਤੁਹਾਡੇ ਵਿੱਚ ਹੈ ਤਾਂ। ਏਕ ਬੂੰਦ ਭਰ ਤਨ ਮਨ ਦੇਵੋ ਜੋ ਮਦ ਦੇ ਕਲਾਲੀ ਰੇ। ਕੋਈ ਇੱਕ ਤੁਮਕਾ, ਇੱਕ ਬੂੰਦ ਜਿਹੜੀ ਹੈ, ਸਵਾਂਤੀ ਬੂੰਦ ਜਿਹੜੀ ਹੈ ਉਹ ਦੇ ਦਵੇ, ਜਿਹੜਾ ਮੇਰਾ ਤਨ ਤੇ ਮਨ ਹੈ ਇਹਦੇ ਅੰਦਰ ਜਿਹੜੀ ਹੈ ਉਹਦੀ ਬਖਸ਼ਿਸ਼ ਰੂਪ ਹੋ ਜਾਵੇ। ਉਹ ਜਿਹੜਾ ਕੋਈ ਦੇਣ ਵਾਲਾ ਹੈ ਤਾਂ ਦੱਸੋ। ਰਹਾਉ ਠਹਿਰਾਓ ਦੇ ਕੇ ਸਤਿਗੁਰੂ ਜੀ ਬਚਨ ਕਰਦੇ ਹਨ। ਭਵਨ ਚਤੁਰ ਦਸ ਭਾਠੀ ਕੀਨੀ ਬ੍ਰਹਮ ਅਗਨ ਤਨ ਜਾਰੀ ਰੇ। ਭਗਤ ਕਬੀਰ ਜੀ ਨੂੰ ਜੋਗੀ ਜੀ ਕਹਿੰਦੇ ਤੁਸੀਂ ਭੱਠੀ ਸ਼ਰਾਬ ਕਿਵੇਂ ਕੱਢਦੇ ਹੋ, ਕਿਵੇਂ ਬਣਾਉਂਦੇ ਹੋ, ਭੱਠੀ ਤੁਹਾਡੀ ਕਾਹਦੀ ਹੈ? ਤੇ ਭਗਤ ਜੀ ਕਹਿਣ ਲੱਗੇ ਕਿ ਭਵਨ ਚਤੁਰ 10 ਭਾਠੀ ਕੀਨੀ, ਕਹਿੰਦੇ ਇਹ ਸੰਸਾਰ ਜਿਹੜਾ ਹੈ ਨਾ ਇਹਨੂੰ ਭੱਠੀ ਬਣਾਇਆ ਹੋਇਆ ਹੈ। ਤੇ ਕੀ ਹੈ? ਬ੍ਰਹਮ ਅਗਨ ਤਨ ਜਾਰੀ ਰੇ, ਤੇ ਬ੍ਰਹਮ ਦੀ ਅਗਨੀ ਦੇ ਨਾਲ ਇਸ ਨੂੰ ਮੈਂ ਸਾੜ ਰਿਹਾ, ਪਰਮਾਤਮਾ ਦੀ ਰਹਿਮ ਦੇ ਨਾਲ ਉਹਦੇ ਨਾਲ ਇਹਦਾ ਸਾਰਾ ਨਾਸ਼ ਕਰ ਰਿਹਾ ਹਾਂ। ਮੁਦਰਾ ਮਦਕ ਸਹਿਜ ਧੁਨ ਲਾਗੀ ਸੁਖ ਮਨ ਪੋਚਨ ਹਰੀ ਰੇ। ਮੁਦਰਾ ਹੁੰਦਾ ਹੈ ਢੱਕਣ ਤੇ ਮਦਕ ਹੁੰਦੀ ਹੈ ਪਾਈਪ। ਜਦੋਂ ਉਹ ਅਰਕ ਕੱਢਦੇ ਆ ਨਾ ਜੀ, ਤੇ ਉੱਪਰ ਘੜੇ ਦੇ ਉੱਪਰ ਥੱਲੇ ਅੱਗ ਬਾਲ ਕੇ ਉੱਪਰ ਢੱਕਣ ਦੇ ਦਿੰਦੇ ਆ, ਤੇ ਇੱਕ ਨਾਲੀ ਦੇ ਦੁਆਰਾ ਜਿਹੜਾ ਉਹ ਆਉਂਦਾ ਹੈ, ਤੇ ਉਸ ਢੱਕਣ ਦੇ ਨਾਲ ਭਾਫ ਆ ਕੇ ਵੱਜਦੀ ਹੈ, ਤੇ ਉਹ ਜਿਹੜੀ ਨਾਲੀ ਹੁੰਦੀ ਹੈ, ਉਹ ਜਿਹੜੀ ਢੱਕਣ ਹੁੰਦਾ ਹੈ, ਉਹਦੇ ਉੱਤੇ ਗਿੱਲਾ ਪੋਚਾ ਮਾਰਿਆ ਜਾਂਦਾ ਹੈ ਤਾਂ ਕਿ ਉਹ ਜਿਹੜੀ ਭਾਫ ਹੈ ਠੰਡੀ ਹੋ ਕੇ ਪਾਣੀ ਬਣ ਕੇ ਉਹ ਬਾਹਰ ਨਿਕਲ ਆਵੇ, ਪਾਣੀ ਤਰਲ ਬਣ ਕੇ ਬਾਹਰ ਨਿਕਲ ਆਵੇ। ਇਹ ਭਗਤ ਕਬੀਰ ਜੀ ਕਹਿੰਦੇ ਮੈਂ ਇਹ ਭਾਈ ਸਾਹਿਬ ਜੀ ਜਿਹੜਾ ਢੱਕਣ ਬਣਾਇਆ ਹੈ, ਮੁਦਰਾ ਮਦਕ ਸਹਿਜ ਧੁਨ, ਮੈਂ ਜਿਹੜੀ ਸੁਰਤ ਜੋੜੀ ਹੋਈ ਹੈ ਨਾ, ਸੁਰਤ ਦੇ ਦੁਆਰਾ ਜਿਹੜੀ ਇਹ ਮੇਰੀ ਪਾਈਪ ਦਾ ਤੇ ਢੱਕਣ ਦਾ ਕੰਮ ਕਰ ਰਹੀ ਹੈ। ਸੁਰਤ ਪਰਮਾਤਮਾ ਨਾਲ ਜੁੜੀ ਹੋਈ, ਇਹ ਕਨੈਕਸ਼ਨ ਕੀਤਾ ਹੋਇਆ ਹੈ, ਜਿਵੇਂ ਪਾਈਪ ਦਾ ਨਾਲੀ ਦਾ ਕਨੈਕਸ਼ਨ ਕਰਕੇ ਉਸ ਨੇ ਅਰਕ ਕੱਢਣਾ ਹੈ, ਇਸੇ ਤਰ੍ਹਾਂ ਮੈਂ ਆਪਣਾ ਕਨੈਕਸ਼ਨ ਜੋੜਿਆ ਹੋਇਆ ਹੈ। ਤੇ ਕਹਿੰਦੇ ਸੁਖ ਮਨ ਪੋਚਨਹਾਰੀ ਰੇ, ਤੇ ਆਤਮਾ ਦੇ ਅੰਦਰ ਪਰਮਾਤਮਾ ਦੇ ਪਿਆਰ ਦਾ, ਪ੍ਰੇਮ ਦਾ, ਮਨ ਦਾ ਜਿਹੜਾ ਜੁੜਨਾ ਹੈ ਉਹ ਉਹਦੇ ਉੱਤੇ ਪੋਚਾ ਮਾਰ ਰਿਹਾ ਹੈ। ਆਤਮਕ ਸ਼ਾਂਤੀ ਦਾ ਪੋਚਾ ਜਦੋਂ ਵੱਜ ਰਿਹਾ ਹੈ ਨਾ, ਪਰਮਾਤਮਾ ਦੇ ਨਾਮ ਦੇ ਨਾਲ ਪੋਚਾ ਲੱਗ ਰਿਹਾ ਹੈ। ਤੀਰਥ ਵਰਤ ਨੇਮ ਸੁਚ ਸੰਜਮ ਰਵ ਸਸ ਗਹਿਨੈ ਦਿਓ ਰੇ। ਇਹ ਜਿਹੜੇ
ਹੈਗੇ ਆ ਬਾਹਰ ਦੇ ਦਿਖਾਵੇ ਦੇ ਕਰਮ ਵੀ ਤੁਸੀਂ ਤੀਰਥਾਂ ਦੇ ਉੱਤੇ ਜਾਂਦੇ ਹੋ ਤੇ ਭੌਂਦੇ ਫਿਰਦੇ ਹੋ, ਭਟਕਦੇ ਫਿਰਦੇ ਹੋ। ਕਹਿੰਦੇ ਮੈਂ ਤੀਰਥ ਵਰਤ ਨੇਮ ਸੋਚ ਸੰਜਮ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਰੀਆਂ ਦੀਆਂ ਸਾਰੀਆਂ ਗਹਿਣੇ ਰੱਖ ਦਿੱਤੀਆਂ ਨੇ। ਈੜਾ ਤੇ ਪਿੰਗਲਾ ਨਾੜੀ ਜਿਹੜੀ ਹੈ ਇਹ ਸਾਰਾ ਕੁਝ ਗਹਿਣੇ ਪਾ ਦਿੱਤਾ ਹੈ ਪਰਮਾਤਮਾ ਦੇ ਕੋਲ। ਸੁਰਤ ਪਿਆਲ ਸੁਦਾ ਰਸ ਅੰਮ੍ਰਿਤ ਇਹੋ ਮਹਾਰਸ ਪਿਓ ਰੇ। ਇਸ ਸੁਰਤ ਦੇ ਨਾਲ ਮਹਾਨ ਰਸ ਨਾਮ ਰੂਪੀ ਅੰਮ੍ਰਿਤ ਇਹ ਜਿਹੜਾ ਹੈ ਮੈਂ ਪੀ ਰਿਹਾ ਹਾਂ। ਨਿਜਰ ਧਾਰ ਚੋਇ ਅਤ ਨਿਰਮਲ ਇਹ ਰਸ ਮਨੁਆ ਰਾਤੋ ਰੇ। ਜਿਹੜੀ ਅਸਲ ਵਿੱਚ ਅੰਦਰ ਅੰਮ੍ਰਿਤ ਰਸ ਦੀ ਧਤੀਰੀ ਜਿਹੜੀ ਚੱਲ ਰਹੀ ਹੈ, ਚਸ਼ਮਾ ਫੁੱਟ ਰਿਹਾ ਹੈ। ਨਿਝਰ ਧਾਰ ਚੋਇ ਅਤ ਨਿਰਮਲ ਇਹ ਉਹ ਹੈ, ਇਹ ਇੱਕ ਨਿਝਰ ਦਾ ਅਰਥ ਹੁੰਦਾ ਹੈ ਚਸ਼ਮਾ। ਅੰਦਰ ਜਿਹੜਾ ਚਸ਼ਮਾ ਫੁੱਟ ਰਿਹਾ ਹੈ ਨਾ, ਜਿਹੜਾ ਅੰਦਰ ਧਾਰ ਵੱਜ ਰਹੀ ਚਸ਼ਮੇ ਦੀ ਉਹ ਨਿਰਮਲ ਰਸ ਦੀ ਹੈ, ਉਹ ਚੋਰਿਆ ਹੈ। ਇਹ ਮਨੁਆ ਰਾਤੋ ਰੇ। ਰਾਤੋ ਇਹਨੂੰ ਰਾਤੋ ਰਾਤ ਨਹੀਂ ਸਮਝਣਾ, ਰਾਤੋ ਕੱਸ ਕੇ ਪੜ੍ਹਨਾ ਹੈ ਕਿਉਂਕਿ ਰਾਤੋ ਦਾ ਅਰਥ ਹੁੰਦਾ ਹੈ ਰਤਿਆ ਹੋਇਆ। ਜਿੱਥੇ ਰਤਿਆ ਹੋਇਆ ਨਾ ਉੱਥੇ ਅਸੀਂ ਕੱਸ ਕੇ ਸ਼ਬਦ ਪੜਾਂਗੇ, ਜਿੱਥੇ ਰਾਤ ਦਾ ਅਰਥ ਹੋਏਗਾ ਉੱਥੇ ਅਸੀਂ ਸੌਫਟ ਸਪੋਕਨ ਕਰ ਸਕਦੇ। ਸੋ ਇੱਥੇ ਰਾਤੋ ਮਨੁਆ ਜਿਹੜਾ ਹੈ ਮੇਰਾ ਮਨ ਉਸ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਗਿਆ, ਉਹ ਰਸ ਜਿਹੜਾ ਹੈ ਅੰਦਰ ਜਿਹੜਾ ਹੈ ਚਸ਼ਮਾ ਫੁੱਟਣ ਦੇ ਨਾਲ। ਕਹਿ ਕਬੀਰ ਸਗਲੇ ਮਦ ਛੂਛੇ ਇਹ ਮਹਾਰਸ ਸਾਚੋ ਰੇ। ਭਗਤ ਕਬੀਰ ਜੀ ਆਖਦੇ ਹਨ, ਕਹਿੰਦੇ ਹਨ ਕਿ ਸਾਰੀਆਂ ਸ਼ਰਾਬਾਂ ਇਹਦੇ ਸਾਹਮਣੇ ਥੋਥੀਆਂ ਨੇ, ਝੂਠੀਆਂ ਨੇ, ਫਿੱਕੀਆਂ ਨੇ, ਬੇਕਾਰ ਨੇ। ਜਿਹੜਾ ਇਹ ਅੰਮ੍ਰਿਤ ਰਸ ਹਿਰਦੇ ਦੇ ਅੰਦਰ ਆਇਆ ਹੈ ਨਾ, ਇਹਦੇ ਮੁਕਾਬਲੇ ਦਾ ਹੋਰ ਕੋਈ ਨਹੀਂ। ਇਹ ਮਹਾਰਸ ਸਾਚੋ ਰੇ, ਇਹ ਸੱਚਾ ਰਸ ਜਿਹੜਾ ਹੈ ਇਹ ਦੁਨੀਆ ਦੇ ਨਸ਼ੇ ਕਰਨ ਦੇ ਨਾਲ, ਯਾਦ ਰੱਖੋ ਨਸ਼ਾ ਕਰੋਗੇ ਕੁਝ ਪਲਾਂ ਬਾਅਦ ਉਤਰ ਜਾਏਗਾ, ਪਰ ਜਿਹਦੇ ਹਿਰਦੇ ਦੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਰੰਗ ਲੱਗ ਜਾਵੇਗਾ, ਜਿਹਨੂੰ ਨਸ਼ਾ ਨਾਮ ਦਾ ਆ ਗਿਆ, ਉਹਨੂੰ ਫਿਰ ਕੋਈ ਹੋਰ ਨਸ਼ੇ ਦੀ ਲੋੜ ਨਹੀਂ ਰਹਿ ਜਾਂਦੀ। ਉਹ 24 ਘੰਟੇ ਮਾਨਯੋਗ ਸ਼ਖਸੀਅਤ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਕਹਿੰਦੇ ਹੁੰਦੇ ਸੀ 5 ਮਿੰਟ ਦਾ ਜਪਿਆ ਹੋਇਆ ਨਾਮ 24 ਘੰਟੇ ਦਾ ਆਨੰਦ ਰਸ ਬਣਿਆ ਰਹਿੰਦਾ ਹੈ। ਇਸ ਕਰਕੇ ਪ੍ਰਮਾਤਮਾ ਦੀ ਇਬਾਦਤ ਕਰਨ ਦੇ ਨਾਲ ਪ੍ਰਮਾਤਮਾ ਦਾ ਨਾਮ ਜਪੋ, ਆਪਣੇ ਬੱਚਿਆਂ ਨੂੰ ਨਸ਼ਿਆਂ ਤੇ ਵਿਸ਼ਿਆਂ ਤੋਂ ਬਚਾ ਲਓ। ਮੈਂ ਇੱਕ ਬੇਨਤੀ ਹੋਰ ਕਰਾਂ ਕਿ ਆਪਣੇ ਬੱਚਿਆਂ ਨੂੰ ਤੁਸੀਂ ਦੂਸਰੀਆਂ ਭਾਸ਼ਾਵਾਂ ਬਹੁਤ ਸਿਖਾਈਆਂ, ਪੰਜਾਬੀ ਭਾਸ਼ਾ ਪੰਜਾਬੀ ਬੋਲੀ ਸਿਖਾਓ, ਗੁਰਮੁਖੀ ਬੋਲੀ ਸਿਖਾਓ, ਉਹਨਾਂ ਨੂੰ ਗੁਰੂ ਨਾਲ ਜੋੜ ਦਿਓ। ਬਾਕੀ ਭਾਸ਼ਾਵਾਂ ਮੁਬਾਰਕ ਨੇ, ਜਿੰਨੀਆਂ ਮਰਜ਼ੀ ਸਿਖਾਓ, ਪਰ ਜੇਕਰ ਗੁਰੂ ਕੀ ਬਾਣੀ ਤੋਂ ਵਾਂਝੇ ਰਹਿ ਗਏ ਉਹਨਾਂ ਦਾ ਜੀਵਨ ਨਿਰਾਰਥਕ ਬਣ ਜਾਵੇਗਾ, ਸਾਰਥਕ ਨਹੀਂ ਬਣੇਗਾ। ਸਮੁੱਚੇ ਸੰਸਾਰ ਦੇ ਲੋਕ ਆਪਣੀ ਆਤਮਿਕ ਸ਼ਾਂਤੀ ਲੱਭਣ ਵਾਸਤੇ ਹਿੱਲ ਸਟੇਸ਼ਨਾਂ ਤੇ ਜਾਂਦੇ ਨੇ, ਸੈਰਗਾਹਾਂ ਤੇ ਜਾਂਦੇ ਨੇ, ਲੇਕਿਨ ਉਹਨਾਂ ਨੂੰ ਫਿਰ ਵੀ ਮਨ ਨੂੰ ਚੈਨ ਨਹੀਂ ਮਿਲਦਾ। ਆਤਮਿਕ ਸ਼ਾਂਤੀ ਲੈਣ ਵਾਸਤੇ ਘਰ ਵਿੱਚ ਏਸੀ ਲਵਾ ਲਿਆ ਠੰਡਾ ਰਵੇ, ਗੱਡੀ 'ਚ ਏਸੀ ਲੱਗ ਗਿਆ ਠੰਡੀ ਹੈ, ਦਫ਼ਤਰ ਠੰਡਾ ਹੈ ਪਰ ਬੰਦਾ ਤੇ ਤੱਤਾ ਹੈ, ਉਹਦੇ ਅੰਦਰ ਤੇ ਅੱਗ ਬਲ ਰਹੀ ਹੈ। ਉਹ ਕਾਦੀ ਹੈ? ਕਾਮ ਕਰੋ ਲੋਭ ਅਹੰਕਾਰ ਦੀ ਤ੍ਰਿਸ਼ਨਾ ਦੀ ਅੱਗ ਹੈ ਨਾ। ਇਹ ਕਿਵੇਂ ਬੁਝੇਗੀ? ਕੇਵਲ ਤ੍ਰਿਸ਼ਨਾ ਬੁਝੇ ਹਰ ਕੇ ਨਾਮ, ਕੇਵਲ ਪ੍ਰਮਾਤਮਾ ਦੇ ਨਾਮ ਨਾਲ ਹੀ ਇਹ ਤ੍ਰਿਸ਼ਨਾ ਬੁਝ ਸਕਦੀ ਹੈ। ਆਓ ਪਿਆਰ ਵਿੱਚ ਭਿੱਜ ਕੇ ਸਾਰੀਆਂ ਸੰਗਤਾਂ ਆਖਰੀ ਪੰਕਤੀਆਂ ਪੜ੍ਹਨ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਾਂ ਸਮੁੱਚੀਆਂ ਸੰਗਤਾਂ ਦਾ, ਸਿੰਘ ਸਾਹਿਬਾਨ ਦਾ, ਸਮੁੱਚੀਆਂ ਪ੍ਰਬੰਧਕ ਕਮੇਟੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਉਦਮ ਉਪਰਾਲੇ ਨਾਲ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਇਹ ਸੁਭਾਗ ਪ੍ਰਾਪਤ ਹੋਇਆ ਹੈ। ਆਖਰੀ ਪੰਕਤੀਆਂ ਪੜ੍ਹ ਕੇ ਆਪਾਂ ਗੁਰੂ ਫਤਿਹ ਦੀ ਸਾਂਝ ਕਰੀਏ। ਨਿਜਰ ਧਾਰ ਚੋਇ ਅਤ ਨਿਰਮਲ ਇਹ ਰਸ ਮਨੁਆ ਰਾਤੋ ਰੇ। ਕਹਿ ਕਬੀਰ ਸਗਲੇ ਮਦ ਛੂਛੇ ਇਹ ਮਹਾਰਸ ਸਾਚੋ ਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ